देश अनलॉक की कुछ दिन पहले ही शुरुआत हो चुकी है, पहले पड़ाव की। हुण आपां गल करांगे धार्मिक स्थानां की। धार्मिक स्थानां दे विच किहो जिही हिदायतां दित्तियां गईयां ने और किहड़ियां हिदायतां की पालना करन तो बाद ही श्रद्धालु अंदर मत्था टेक सकते हैं। असीं इस समय मौजूद है सैक्टर 34 गुरुद्वारा दे विच। तां तुसीं ये बोर्ड जो लग्या देख सकते हो, ये हिदायतां दित्तियां गईयां ने सरकार वल्लों कि यह हिदायतां की पालना करना हर वास्ते कंपलसरी है, जानी कि बहुत जरूरी होएगा हिदायतों की पालना करना। उस तो बाद ही तुहाडी अंदर एंट्री होगी। तुहानूं असीं एंट्री पॉइंट भी दिखा देने आ। ये मेन गुरुद्वारे का गेट है जो कि बंद किया है। जिवें सरकार ने पहले ही अपनी गाइडलाइन विच कहियां सी, अंदर जाण का रस्ता अलग होना चाहिए तो बाहर आने का रस्ता अलग होना चाहिए। 34 सैक्टर गुरुद्वारे विच मौजूद है। जिवें तुसीं सिंह साहब नूं देख रहे हो, ये इत्थे मौजूद ने। जो भी तुसीं इत्थे एंटर करोगे तो तुहाडा ये टंपरेचर चैक करनगे। टंपरेचर चैक करने तो बाद ही तुहाडी एंट्री होएगी। जो टंपरेचर विच तुहाडी ज़्यादा इत्थे आउंदा तो तुहाडी एंट्री अंदर नहीं होएगी। तो साडे नाल सैकटरी साहब मौजूद ने, आपां उन्हां नाल सारी गलबात करांगे कि होर किहड़ियां जिहड़ियां भारत सरकार ने जिहड़ियां गाइडलाइनां दित्तियां होईयां ने। हुण जिवें तुसीं देख रहे हो कि टंपरेचर चैक हो रहा, उस तो बाद ही तुहाडी अंदर जाण दी परमिशन होएगी। सिंह साहब, पहला मेरा सवाल यही है कि किस तरीके दी सरकार ने गाइडलाइनां दित्तियां होईयां ने? तुसीं बोर्ड भी पिछे लगाया होया है, किहड़ी हिदायतां होर हैगियां ने जिहड़ी तुहानूं गवर्नमेंट ने दित्तियां ने? ਉਹਦੇ ਵਿੱਚ ਇਸ ਤਰ੍ਹਾਂ ਹੀ ਹੈ ਵੀ ਥਰਮਲ ਸਕੈਨਿੰਗ ਜਿਹੜਾ ਹੈਗਾ ਉਹ ਜ਼ਰੂਰੀ ਹੈ, 6 ਫੁੱਟ ਦੀ ਦੂਰੀ ਜ਼ਰੂਰੀ ਹੈ, ਮਾਸਕ ਪਹਿਨਣਾ ਜ਼ਰੂਰੀ ਹੈ, ਸੈਨੀਟਾਈਜੇਸ਼ਨ ਜ਼ਰੂਰੀ ਹੈ। ਉਹਦੇ ਵਿੱਚ ਜੇ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਜੇ ਉਹ ਟੈਂਪਰੇਚਰ ਜ਼ਿਆਦਾ ਹੁੰਦਾ, ਅਸੀਂ ਉਸ ਨੂੰ ਕਹਾਂਗੇ ਤੁਸੀਂ ਇੱਥੇ ਹੀ ਮੱਥਾ ਟੇਕੋ, ਅੱਗੇ ਨਾ ਜਾਓ, ਤੁਸੀਂ ਬਾਹਰ ਤੋਂ ਹੀ ਮੱਥਾ ਟੇਕ ਕੇ ਜਾਓ, ਕਿਉਂਕਿ ਅਸੀਂ ਅੰਦਰ ਕੋਈ ਇਸ ਤਰ੍ਹਾਂ ਦਾ ਸਾਡੇ ਡਿਸਪੈਂਸਰੀ ਜਾਂ ਕੋਈ ਇਲਾਜ ਨਹੀਂ ਹੈਗਾ ਇਸ ਤਰ੍ਹਾਂ ਦਾ ਜੋ ਉਹਦੇ ਲਈ ਕੀਤਾ ਜਾਵੇ। ਤਾਂ ਆਪਣਾ ਕਰਾ ਕੇ ਆਓ ਇਲਾਜ। तो जो तुसी एक जो सारा गुरुद्वारा साहब एंटर करते हो, सारा सिस्टम टच फ्री है। ये एंट्री पॉइंट है, ये एंट्री पॉइंट है, ये खुला रहूगा बिल्कुल। और जो थोड़ी उत्थे क्लीयरेंस होगी तो अगे तुहानूं किसी चीज़ नूं टच नहीं करना। जे मैं देखो जिस तरीके नाल सिंह साहब बाहर खड़े सी, जे किसी दा टैंपरेचर वध हुंदा है जां उस नूं तुसीं इजाजत नहीं दोगे? हाँ, उन्हें बिल्कुल असीं बाहर लिख के लाया है, ये साडी गाइडलाइन दे विच लिखिया है भी ਉਹਨੂੰ ਅਸੀਂ ਸਲਾਹ ਦਿੱਤੀ ਹੈ ਵੀ ਜੇ ਤੁਹਾਨੂੰ ਟੈਂਪਰੇਚਰ ਆ ਰਿਹਾ ਤਾਂ ਕਿਰਪਾ ਕਰਕੇ ਬਾਹਰ ਤੋਂ ਹੀ ਮੱਥਾ ਟੇਕ ਲਓ ਤੁਸੀਂ। ਜਦੋਂ ਐਂਟਰੀ ਹੋ ਜਾਂਦੀ ਹੈ, ਜਿਵੇਂ ਹੁਣ ਇਸ ਤੋਂ ਅੱਗੇ ਫਿਰ ਹੋਰ ਕਿਹੜੀਆਂ ਇਸ ਤੋਂ ਬਾਅਦ ਤੁਸੀਂ ਜੇ ਤਾਂ ਜੋੜੇ ਕਾਰ ਚ ਲਾ ਕੇ ਆਏ ਤਾਂ ਗੁੱਡ, ਜੇ ਜੋੜੇ ਕਾਰ ਚ ਨਹੀਂ ਲਾ ਕੇ ਆਏ ਤਾਂ ਜੋੜੇ ਲੈ ਕੇ ਆ ਗਏ, ਕਿਉਂਕਿ ਕਈਆਂ ਕੋਲ ਕਾਰ ਵੀ ਨਹੀਂ ਹੁੰਦੀ, ਕਈਆਂ ਕੋਲ ਵੈਸੇ ਵੀ ਆ ਗਏ ਹੁੰਦੇ, ਕਿ ਨਹੀਂ ਭੁੱਲ ਵੀ ਜਾਂਦੇ ਨੇ। ਤਾਂ ਅਸੀਂ ਇੱਥੇ ਸੈਲਫ ਸਰਵਿਸ ਜਿਹੜਾ ਸਿਸਟਮ ਆ ਉਹ ਲੈ ਕੇ ਬਣਾਇਆ। ਉਹਦੇ ਵਿੱਚ ਰੈਕ ਨੇ ਜਿਹੜੇ ਥੱਲੇ ਹੁੰਦੇ ਸੀਗੇ ਜੋੜਾ ਘਰ ਦੇ ਵਿੱਚ ਬਾਹਰ ਆ ਗਏ ਸਾਰੇ, ਉਹਦੇ 'ਚ ਲਿਖ ਕੇ ਲਾਇਆ ਸੀ ਜੋੜਾ ਘਰ ਕਿਰਪਾ ਜੋੜੇ ਆਪਣੇ ਆਪ ਰੈਕ ਵਿੱਚ ਰੱਖੋ ਜੀ, ਸੈਲਫ ਸਰਵਿਸ ਪਲੀਜ਼। ਵੀ ਜੇ ਜਿਹੜੇ ਗੱਡੀ ਵਿੱਚ ਜਿਵੇਂ ਸਰਕਾਰ ਨੇ ਕਿਹਾ ਕਿ ਗੱਡੀ ਵਿੱਚ ਜੋੜੇ ਰੱਖ ਕੇ ਜਾਣੇ ਨੇ, ਹੁਣ ਕਈ ਤੇ ਆਉਂਦੇ ਨੇ ਜਾਂ ਕਈ ਪੈਦਲ ਆਉਂਦੇ ਨੇ ਜਾਂ ਕੋਈ ਤੁਰ ਕੇ ਆਉਂਦੇ ਨੇ, ਉਹਨਾਂ ਲਈ ਸਰਵਿਸ ਵੀ ਅਸੀਂ ਇੱਥੇ ਸਿਸਟਮ ਬਣਾਇਆ ਵੀ ਆਪਣੇ ਉਹ ਇੱਥੇ ਰੈਕ ਦੇ ਵਿੱਚ ਆਪਣੇ ਆਪ ਰੱਖੂਗੇ ਤੇ ਆਪਣੇ ਆਪ ਰਹਿਣਗੇ। ਜੇ ਉਹਨੇ ਹੱਥ ਸੈਨੀਟਾਈਜ਼ ਕਰਨਾ ਤਾਂ ਨਾਲ ਮਸ਼ੀਨ ਵੀ ਇੱਥੇ ਨਾਲ ਰੱਖੀ ਹੋਈ ਸੈਨੀਟਾਈਜ਼ ਕਰਦੀ। ਇਸ ਤੋਂ ਬਾਅਦ ਹੈਂਡ ਵਾਸ਼ਿੰਗ ਤੇ ਦੀ ਪੈਰਾਂ ਦਾ ਵਾਸ਼ਿੰਗ ਹੋਣੀ ਹੈ। ਇਸ ਤੋਂ ਬਾਅਦ ਜੋ ਤੁਸੀਂ ਹੈਂਡ ਵਾਸ਼ਿੰਗ ਕਰਨੀ ਹੈ ਜਾਂ ਸੋਪ ਲੈਣਾ ਤਾਂ ਸਾਰਾ ਕੁਝ ਉਹ ਵੀ ਟੱਚ ਫਰੀ ਸਿਸਟਮ ਬਣਾਇਆ ਅਸੀਂ। ਉਹਦੇ ਵਿੱਚ ਸਾਰਾ ਕੁਝ ਤੁਸੀਂ ਜਾਓਗੇ, ਸੋਪ ਡਿਸਪੈਂਸਰ ਪਿਆ ਨਾਲ, ਤੇ ਨਾਲ ਹੀ ਫੁੱਟ ਆਪਰੇਟਡ ਟੈਪਸ ਲੱਗੀਆਂ ਹੋਈਆਂ ਨੇ ਸਾਡੇ। ਤੇ ਮੈਂ ਕਰਾਂ ਹਾਂ, ਤੇ ਉਹਦੇ ਵਿੱਚ ਸਾਰਾ ਦੇਖੋਗੇ ਇਹ ਥੱਲੇ ਫੁੱਟ ਆਪਰੇਟਡ ਸਾਰੀ ਟੈਪਸ ਨੇ। ਤੁਸੀਂ ਜੋ ਦਬਾਓਗੇ ਤੇ ਇਸ ਤਰ੍ਹਾਂ ਤੁਸੀਂ ਥੱਲੇ ਜਾ ਕੇ ਤੁਹਾਨੂੰ ਸੋਪ ਮਿਲੂਗਾ ਤੇ ਉਹਦੇ ਬਾਅਦ ਤੁਸੀਂ ਡਰਾਈ ਵੀ ਕਰ ਸਕਦੇ ਹੋ। ਕਿਸੇ ਚੀਜ਼ ਨੂੰ ਤੁਸੀਂ ਟੈਪ ਨੂੰ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ ਇੱਥੇ। ਤੇ ਇਸ ਤਰ੍ਹਾਂ ਹੀ ਜੋ ਪੈਰਾਂ ਨੂੰ ਧੋਣ ਲਈ ਇਹ ਸਿਸਟਮ ਉਹ ਅੱਗੇ ਪਾਣੀ 'ਚ ਡੁਬੋਣ ਦੀ ਬਜਾਏ ਅਸੀਂ ਉਹਦੇ ਕੋਈ ਫੁਆਰਾ ਚਲਾ ਰੱਖਿਆ ਸਿਸਟਮ, ਉਹਦੇ 'ਤੇ ਪੈਰ ਥੱਲੇ ਕਰਕੇ ਤੁਸੀਂ ਧੋ ਸਕਦੇ ਹੋ ਪੈਰ। ਇਹ ਸਿਸਟਮ ਹੁਣ ਜਦੋਂ ਸਾਰੀ ਪ੍ਰਕਿਰਿਆ ਵਿੱਚ ਆਪਾਂ ਗੱਲਾਂ ਜਿਵੇਂ ਜਦੋਂ ਹੁਣ ਆਪਾਂ ਅੰਦਰ ਜਾਣਾ ਮੱਥਾ ਟੇਕਣ ਵਾਸਤੇ, ਉਹ ਕਿਸ ਤਰੀਕੇ ਨਾਲ ਅੱਗੇ ਤੁਸੀਂ ਐਂਟਰੀ ਪੁਆਇੰਟ ਬਣਾਏ ਨੇ? ਤੁਸੀਂ ਅਲੱਗ-ਅਲੱਗ ਅਸੀਂ ਜਿਹੜਾ ਮੇਨ ਸਾਡੀ ਐਂਟਰੀ ਸੀ ਗੁਰਦੁਆਰਾ ਸਾਹਿਬ ਦੀ, ਜੋ ਪੌੜੀਆਂ ਚੜ੍ਹ ਕੇ ਆਪਾਂ ਸਾਰੇ ਜਾਂਦੇ ਸੀ, ਕਿਉਂਕਿ ਉਹਦੇ ਵਿੱਚ 2 ਰਸਤੇ ਐਂਟਰੀ ਦੇ ਬਣਾਤੇ ਅਸੀਂ। ਇੱਕ ਇੱਧਰ ਰਾਈਟ ਸਾਈਡ ਤੇ, ਇੱਕ ਇੱਧਰ ਸਾਡੇ ਬਜ਼ੁਰਗਾਂ ਲਈ ਆ ਤੁਸੀਂ ਰੈਂਪ ਦਾ ਰਸਤਾ ਹੈ। ਇਹ ਐਂਟਰੀ ਪੁਆਇੰਟ ਹੈ, ਇਹ ਲਿਖਿਆ ਅੰਦਰ ਜਾਣ ਦਾ ਰਸਤਾ ਐਂਟਰੀ। ਉਸ ਤੋਂ ਬਾਅਦ ਤੁਸੀਂ ਇਹ ਬਜ਼ੁਰਗਾਂ ਦਾ ਰਸਤਾ ਆਉਣ ਲਈ ਵੀ ਕੋਈ ਕਿਸੇ ਨੂੰ ਟੱਚ ਨਾ ਕਰੋ, ਕਿਉਂਕਿ ਇੱਕ ਦੂਜੇ ਦਾ ਪਹਿਲਾਂ ਕਿਸੇ ਦਾ ਟੱਚ ਹੋ ਜਾਂਦਾ ਫਿਰ ਤੁਸੀਂ ਟੱਚ ਕਰ ਲੈਂਦੇ। ਅਸੀਂ ਨਾਲ ਜੋ ਜਿੱਥੇ ਵੀ ਇੰਸਟਰਕਸ਼ਨਾਂ ਨੇ ਸ਼ੁਰੂਆਤ 'ਚ ਵੀ ਇੱਥੇ ਵੀ ਬੰਦਾ ਅਸੀਂ ਸੈਕਿੰਡ ਸੇਵਾਦਾਰ ਸਾਡੇ ਇੱਥੇ ਹੁੰਦੇ ਨੇ, ਫਸਟ ਬਾਹਰ ਹੁੰਦੇ ਨੇ, ਇੱਕ ਤਾਂ ਗੇਟ ਤੋਂ ਬਾਹਰ ਨਹੀਂ, ਇੱਕ ਅੰਦਰ ਖੜਨਗੇ। ਜੇ ਕਿਸੇ ਨੇ ਮਾਸਕ ਨਹੀਂ ਲਾਇਆ ਤਾਂ ਇੱਥੇ ਆ ਕੇ ਇੰਸ਼ੋਰ ਕਰੂਗਾ ਵੀ ਤਾਂ ਕਿ ਮਾਸਕ ਪਾ ਕੇ ਜਾਓ। ਜੇ ਕਿਸੇ ਨੂੰ ਮਾਸਕ ਨਹੀਂ ਹੈਗਾ, ਮਾਸਕ ਵੀ ਤੁਸੀਂ ਪ੍ਰੋਵਾਈਡ ਕਰਵਾ ਦਿਓ? ਮਾਸਕ ਅਸੀਂ ਪ੍ਰੋਵਾਈਡ ਕਰਾਵਾਂਗੇ ਉਹਨੂੰ। ਅਸੀਂ ਕੱਲ੍ਹ ਤੋਂ ਸਿਸਟਮ ਅਸੀਂ ਉਹ ਵੀ ਨਾਲ ਅੱਜ ਸ਼ਾਮ ਤੋਂ ਅਸੀਂ, ਕਿਉਂਕਿ ਸ਼ਾਮ ਨੂੰ ਸੰਗਤ ਜ਼ਿਆਦਾ ਹੁੰਦੀ ਹੈ, ਅਸੀਂ ਮਾਸਕ ਰੱਖੇ ਨੇ, ਭਾਵੇਂ ਬਾਈ ਕਾਸਟ ਅਸੀਂ ਦੇਵਾਂਗੇ, ਪਰ ਅਸੀਂ ਇੰਸ਼ੋਰ ਕਰਾਂਗੇ ਵੀ ਤੂੰ ਪਾ ਕੇ ਅੰਦਰ ਜਾਣਾ। ਇੱਕ ਕੱਪੜਾ ਜਿਵੇਂ ਆਪਾਂ ਕਿਸੇ ਕੋਲ ਰੁਮਾਲ ਨਹੀਂ ਹੁੰਦਾ, ਜਿਵੇਂ ਆਪਾਂ ਅੰਦਰ ਕੱਪੜਾ ਬੰਨ੍ਹ ਕੇ ਜਾਣਾ ਸਿਰ ਦੇ ਉੱਪਰ, ਫਿਰ ਉਹ ਵੀ ਅਲਾਉਡ ਤੁਸੀਂ ਕੀਤਾ ਹੈ? ਤੁਸੀਂ ਜੇ ਦੇਖੋਗੇ ਤਾਂ ਗਾਈਡਲਾਈਨ ਬਾਹਰ ਪੜ੍ਹੋਗੇ, ਅਸੀਂ ਉਹ 'ਚ ਲਿਖਿਆ ਵੀ ਚੁੰਨੀ ਜਾਂ ਰੁਮਾਲ ਆਪਣਾ ਘਰ ਤੋਂ ਲੈ ਕੇ ਆਓ, ਕਿਉਂਕਿ ਉਹ ਵੀ ਇੱਕ ਦੂਜੇ ਦਾ ਲੈਣਾ ਕੋਈ ਅੱਜ ਨਹੀਂ ਲੈਂਦਾ। ਤੇ ਅਸੀਂ ਫਿਰ ਵੀ ਇੱਕ ਸੈਨੀਟਾਈਜ਼ ਕਰਕੇ ਕੁਝ ਰੱਖੇ ਨੇ। ਜੇ ਕੋਈ ਜਿਵੇਂ ਹੁਣ ਕੋਈ ਆ ਗਏ ਬਿਲਕੁਲ ਉਹਨੂੰ ਪਤਾ ਹੀ ਨਹੀਂ ਸੀਗਾ, ਕੋਲ ਰੁਮਾਲ ਵੀ ਹੈ ਨਹੀਂ,
ਉਹ ਫਿਰ ਅਸੀਂ ਸੈਨੀਟਾਈਜ਼ ਰੁਮਾਲ ਕੁਛ ਰੱਖੇ ਹੋਏ ਨੇ। ਅਦਰਵਾਈਜ਼ ਅਸੀਂ ਇਹੀ ਸਭ ਨੂੰ ਗਾਈਡਲਾਈਨ ਦਿੰਦੇ ਹਾਂ ਵੀ ਆਪਣੇ ਘਰੋਂ ਲੈ ਕੇ ਆਪਣੇ ਆਪ ਤੇ ਆਪਣੇ ਨਾਲ ਲੈ ਜਾ। ਜਿਹੜਾ ਅਸੀਂ ਸੈਨੀਟਾਈਜ਼ ਵਾਲਾ ਤੁਹਾਨੂੰ ਇੱਕ ਵਾਰੀ ਦੇਤਾ, ਅਸੀਂ ਉਹਨੂੰ ਸ਼ੋਰ ਕਰਦੇ ਹਾਂ ਤੂੰ ਨਾਲ ਲੈ ਜਾ ਹੁਣ ਇਹਨੂੰ। ਵੀ ਜੇ ਕੋਈ ਕਿਸੇ ਨੇ, ਜਿਵੇਂ ਤੁਸੀਂ ਸੁਣ ਹੀ ਰਹੇ ਹੋ, ਦਰਸ਼ਕ ਵੀ ਸੁਣਦੇ ਨੇ ਕਿ ਗੁਰਦੁਆਰੇ ਦੇ ਚਾਹੁੰਦਾ ਜੇ ਕਿਸੇ ਕੋਲ ਰੁਮਾਲ ਨਹੀਂ ਹੈਗਾ, ਉਦੋਂ ਮਾਈਲ ਸੈਨੀਟਾਈਜ਼ ਕਰਕੇ ਦਿੰਦੇ ਨੇ ਤੇ ਤੁਸੀਂ ਨਾਲ ਲਿਜਾ ਸਕਦੇ ਹੋ। ਇਹ 34 ਸੈਕਟਰ ਦੇ ਵਿੱਚ ਗੁਰਦੁਆਰੇ ਵਿੱਚ ਇਹ ਫੈਸਿਲਿਟੀ ਦਿੱਤੀ ਗਈ ਸ਼ਰਧਾਲੂਆਂ ਨੂੰ। ਤਾਂ ਉਸ ਤੋਂ ਬਾਅਦ ਜਦੋਂ ਐਂਟਰੀ ਹੁੰਦੀ ਹੈ, ਹੁਣ ਐਂਟਰੀ ਪੁਆਇੰਟ ਤੋਂ ਅੱਗੇ ਮੱਥਾ ਕਿੱਦਾਂ ਟੇਕਣਾ ਹੈ, ਕਿਹੜੀ ਹਦਾਇਤਾਂ ਹੈਗੀਆਂ ਨੇ, ਉਹ ਵੀ ਤੁਹਾਨੂੰ ਅਸੀਂ ਅੰਦਰ ਦੱਸਾਂਗੇ। ਜੋ ਤੁਸੀਂ ਦਰਬਾਰ ਹਾਲ 'ਚ ਐਂਟਰ ਕਰ ਜਾਓ ਤਾਂ ਤੁਸੀਂ ਦੇਖੋਗੇ ਕਿ ਆਪਾਂ ਸਭ ਤੋਂ ਪਹਿਲਾਂ ਜਾ ਕੇ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਮੱਥਾ ਟੇਕਣਾ ਹੁੰਦਾ ਹੈ। ਮੱਥਾ ਟੇਕਣ ਲਈ ਹਮੇਸ਼ਾ ਹੀ ਜਗ੍ਹਾ ਉਸ ਜਗ੍ਹਾ 'ਤੇ ਜਿੱਥੇ ਮੱਥਾ ਟੇਕਣਾ ਕਾਰਪੈਟ ਵਿਛਿਆ ਹੁੰਦਾ ਹੈ। ਕਾਰਪੈਟ ਦਾ ਵੀ ਕਿਹਾ ਜਾ, ਉਹ ਵੀ ਥੋੜ੍ਹਾ ਜਿਹਾ ਪੁਆਇੰਟ ਇਹ ਜਿਹਾ ਵੀ ਕਾਰਪੈਟ 'ਤੇ ਬਾਰ-ਬਾਰ ਮੱਥਾ ਟੇਕਣ ਨਾਲ ਵਾਇਰਸ ਉੱਥੇ ਰਹਿ ਸਕਦਾ, ਔਰ ਵਾਇਰਸ ਵੀ 2 ਦਿਨ ਵੀ ਰਹਿ ਸਕਦਾ, ਤੇ ਕਿਉਂਕਿ ਇਸ ਤਰ੍ਹਾਂ ਦਾ ਹੈ। ਪਰ ਅਸੀਂ ਉਸ ਜਗ੍ਹਾ ਨੂੰ ਅਵੋਇਡ ਕਰਨ ਲਈ ਕਾਰਪੈਟ ਦੇ ਉੱਪਰ ਇੱਕ ਟਫਨ ਗਲਾਸ ਰੱਖਿਆ ਹੋਇਆ ਤੇ ਉੱਤੇ ਲਿਖ ਕੇ ਇੰਸਟਰਕਸ਼ਨ ਲਾਈ ਹੈ ਵੀ ਮੱਥਾ ਕੇਵਲ ਤੇ ਕੇਵਲ ਉਹਦੇ ਸ਼ੀਸ਼ੇ ਦੇ ਉੱਪਰ ਟੇਕੋ। ਜਿਵੇਂ ਮੈਡਮ ਹੁਣ ਮੱਥਾ ਇਹਨੂੰ ਕਹਿੰਦੇ ਮੈਂ ਟੇਕ ਸ਼ੀਸ਼ੇ ਦੇ ਉੱਪਰ, ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਮੱਥਾ ਟੇਕਣ ਵੇਲੇ ਤੁਸੀਂ ਮੱਥਾ ਸਿਰਫ ਸ਼ੀਸ਼ੇ ਤੇ ਟੇਕਣਾ। ਟਫਨ ਗਲਾਸ ਜੋ ਲੱਗਿਆ ਹੋਇਆ ਇੱਥੇ, ਟਫਨ ਗਲਾਸ ਹੀ ਮੱਥਾ ਟੇਕਣਾ। ਤੇ ਉਸ ਤੋਂ ਬਾਅਦ ਸੈਨੀਟਾਈਜ਼ ਜਿਹੜਾ ਪੇਪਰ ਹੈ ਉਹ ਸਾਡਾ ਸੇਵਾਦਾਰ ਤੁਹਾਨੂੰ ਇਹਨਾਂ ਨੂੰ ਮਾਰੇਗਾ ਤੇ ਇਹ ਸੈਨੀਟਾਈਜ਼ ਕਰਕੇ ਇਹਨਾਂ ਦੇ ਨਾਲ ਸੈਨੀਟਾਈਜ਼ ਇਹਨੂੰ ਅਸੀਂ ਤਿਆਰ ਕੀਤਾ ਹੋਇਆ ਅਸੀਂ ਮਾਰਦੇ ਹਾਂ। ਸੈਨੀਟਾਈਜ਼ ਕਰਕੇ ਉਦੋਂ ਵਾਈਪਰ ਮਾਰਿਆ ਜਾਵੇ ਤਾਂ ਕਿ ਅਗਲੇ ਲਈ ਬੰਦਾ ਮੱਥਾ ਟੇਕ ਦੀ ਤਿਆਰ ਸ਼ੁਰੂ ਹੋ ਜਾਏ। ਜਦੋਂ ਤੁਸੀਂ ਇਹ ਸਾਰਾ ਮੱਥਾ ਟੇਕ ਲੈਂਦੇ ਹੋ ਫਿਰ ਤੁਸੀਂ ਪਰਿਕਰਮਾ ਲਈ ਜਾਂਦੇ ਹੋ ਅੱਗੇ। ਪਰਿਕਰਮਾ ਲਈ ਜੋ ਤੁਸੀਂ ਅੱਗੇ ਜਾਂਦੇ ਹੋ ਤਾਂ ਤੁਸੀਂ ਉਹਦੇ ਵਿੱਚ ਵੀ ਸਾਡਾ ਜੋ ਗਾਈਡਲਾਈਨ ਦੇ ਵਿੱਚ ਸਰਕਾਰ ਜੀ ਲਿਖਿਆ ਹੋਇਆ, ਜਿਵੇਂ ਉਹਨਾਂ ਨੇ ਤੇ ਲਿਖਿਆ ਮੂਰਤੀ ਨੂੰ ਟੱਚ ਨਹੀਂ ਕਰਨਾ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਕਿਉਂਕਿ ਜੋ ਸਾਡੇ ਗੁਰੂ ਮਹਾਰਾਜ ਦਾ ਜੋ ਸਟੇਜ ਹੈ, ਏਰੀਆ ਜਿਹੜਾ ਸਾਡਾ, ਉਹਨੂੰ ਅਸੀਂ ਸਾਰਿਆਂ ਨੂੰ ਪ੍ਰੋਟੈਕਟ ਕਰਤਾ ਚਾਰੇ ਪਾਸੇ। ਬਲਕਿ ਇੱਥੇ ਸ਼ੀਸ਼ੇ ਦਾ ਇਨਕਲੋਜ਼ਰ ਵੀ ਬਣਾਉਣ ਜਾ ਰਹੇ ਹਾਂ ਤਾਂ ਕਿ ਉੱਥੇ ਉਹਨਾਂ ਨੂੰ ਵੀ ਕਿਸੇ ਨੂੰ ਕੋਈ ਟੱਚ ਨਾ ਕਰੇ। ਤੇ ਇੱਥੇ ਜਦੋਂ ਆਪਾਂ ਅੱਗੇ ਜਾਂਦੇ ਹਾਂ ਤਾਂ ਇੱਥੇ ਸਾਰਾ ਅਸੀਂ ਇਹਨੂੰ ਜਗ੍ਹਾ ਤੇ ਲਿਖਤਾ ਵੀ ਇੱਥੇ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ, ਕੋਈ ਚੌਰ ਸਾਹਿਬ ਨੂੰ ਲੋਕ ਆਮ ਤੌਰ ਤੇ ਟੱਚ ਕਰਦੇ, ਅਸੀਂ ਲਿਖ ਕੇ ਲਾਇਆ ਹੋਇਆ ਕਿ ਚੌਰ ਸਾਹਿਬ ਅਤੇ ਸਟੇਜ ਨੂੰ ਹੱਥ ਨਾ ਲਾਓ, ਕੁਛ ਨਾ ਕਰੋ। ਇਹ ਸਾਰੀ ਬੈਰੀਕੇਡਿੰਗ ਕੀਤੀ ਹੈ ਅਸੀਂ, ਬਲਕਿ ਇਸ ਚੀਜ਼ ਨੂੰ ਉੱਧਰ ਜਾਣ ਨਹੀਂ ਦਿੰਦੇ ਕਿਸੇ ਨੂੰ ਵੀ ਬਾਹਰਲਾ। ਵੀ ਹੁਣ ਕੋਈ ਵੀ ਜਿਵੇਂ ਆਪਾਂ ਦੇਖਦੇ ਸੀ ਮੱਥਾ ਟੇਕਦੇ ਸੀ ਪਿੱਛੇ ਆ ਕੇ, ਹੁਣ ਉਹ ਲਾਊਡ ਨਹੀਂ ਹੈਗਾ ਮੱਥਾ ਟੇਕਣਾ, ਜਗ੍ਹਾ ਹੀ ਨਹੀਂ ਹੈਗੀ। ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਹਾਂ ਤਾਂ ਮੱਥਾ ਟੇਕ ਲੈਂਦੇ, ਪਰਿਕਰਮਾ ਕਰਦੇ ਹਾਂ, ਫਿਰ ਆਪਾਂ ਜਾ ਕੇ ਦੇਖਦੇ ਹਾਂ ਤੁਸੀਂ ਉਹ ਤੋਂ ਬਾਅਦ ਬੰਦੇ ਨੇ ਬੈਠਣਾ ਹੁੰਦਾ ਆਪਣਾ, ਉਹਦੇ ਵਿੱਚ ਵੀ 6 ਫੁੱਟ ਦੀ ਦੂਰੀ ਬਣਾਈ ਰੱਖਣ ਲਈ ਅਸੀਂ ਇਹ ਚੀਜ਼ ਨੂੰ ਸ਼ੋਰ ਕਰਨ ਲਈ ਅਸੀਂ ਦੋਨੇ ਪਾਸਿਆਂ 'ਤੇ ਟਾਵਲ ਰੱਖੇ ਹੋਏ ਨੇ 6-6 ਫੁੱਟ ਦੀ ਦੂਰੀ ਬਣਾ ਕੇ, ਤਾਂ ਕਿ ਬੰਦਾ ਜਿਹੜਾ ਬੈਠਣਾ ਤਾਂ ਕਿ ਆਪਣੀ ਆਪਣੀ ਦੂਰੀ ਬਣਾ ਕੇ ਬੈਠਣ ਸਾਰੇ। ਤਾਂ ਹੁਣ ਜਿਸ ਤਰੀਕੇ ਨਾਲ ਬੈਠਣਾ ਹੋਏਗਾ ਇੱਥੇ, ਜੇ ਸੰਗਤ ਜ਼ਿਆਦਾ ਹੋ ਜਾਂਦੀ ਫਿਰ ਉਸ ਨੂੰ ਬਾਅਦ ਬਿਠਾਇਆ ਜਾਏਗਾ ਕਿ ਅਸੀਂ ਉਹ ਵੀ ਉਡੀਕ ਘਰ ਬਣਾਇਆ ਬਾਹਰ। ਅਸੀਂ ਜਿਵੇਂ ਬਿਲਕੁਲ ਠੀਕ ਹੈ ਤੁਸੀਂ ਜਿਸ ਬਾਹਰ ਜਿਸ ਜੋੜਾ ਘਰ ਦੇ ਨਾਲ ਜੇ ਉਡੀਕ ਘਰ ਵੀ ਬਣਾਇਆ ਹੈ, ਉਦੋਂ ਉਡੀਕ ਘਰ ਦੇ ਵਿੱਚ ਉਹਨੂੰ ਬੈਠਣਾ ਬਹੁਤ ਥੋੜ੍ਹੀ ਦੇਰ ਲਈ। ਅਸੀਂ ਫਿਰ ਮੇਨ ਟਾਈਮ ਜੋ ਬਹੁਤ ਜ਼ਿਆਦਾ ਸੰਗਤ ਹੁੰਦੀ ਇਹਨਾਂ ਨੂੰ ਆ ਕੇ ਬੇਨਤੀ ਕਰਾਂਗੇ ਕਿ ਭਾਈ ਸੰਗਤ ਬਹੁਤ ਆ ਗਈ ਅਤੇ ਕਿਰਪਾ ਕਰਕੇ ਤੁਸੀਂ ਆਪਣਾ ਹੁਣ ਥੋੜ੍ਹਾ ਜਿਹਾ ਮੱਥਾ ਟੇਕ ਕੇ ਬਾਹਰ ਆ ਜਾਓ। ਹਾਂਜੀ, ਅੱਗੇ ਬਾਕੀਆਂ ਨੂੰ ਸਾਰਿਆਂ ਨੂੰ ਮੱਥਾ ਟਿਕਾਇਆ। ਅਸੀਂ ਉਹ ਇੰਸ਼ੋਰ ਕਰਾਂਗੇ ਵੀ ਸਭ ਨੂੰ ਮੱਥਾ ਟਾਈਮ 'ਤੇ ਟਿਕਾਇਆ ਜਾਏ, ਜ਼ਿਆਦਾ ਦੇਰ ਨਾ ਕਿਸੇ ਨੂੰ ਬੈਠਣਾ ਪਵੇ ਬਾਹਰ ਉਡੀਕ ਦੇ ਵਿੱਚ। ਇੱਕ ਹੋਰ ਸਵਾਲ ਹੈ ਕਿ ਪ੍ਰਸ਼ਾਦ ਜਿਹੜਾ ਹੈਗਾ ਮਨਾ ਕੀਤਾ ਗਿਆ, ਤੁਸੀਂ ਕੋਈ ਪ੍ਰਸ਼ਾਦ ਦੀ ਵਿਵਸਥਾ ਕੀਤੀ? ਕਿਉਂਕਿ ਗਾਈਡਲਾਈਨ ਦੇ ਵਿੱਚ ਹੈਗਾ ਪ੍ਰਸ਼ਾਦ ਜੇ ਕਿਸੇ ਨੇ ਲੈਣਾ ਹੋਵੇ ਉਹ ਕਿਸ ਤਰੀਕੇ ਨਾਲ ਲਿਆ ਜਾ ਸਕਦਾ? ਇਸ ਤਰ੍ਹਾਂ ਹੀ ਸਾਡੀ ਜੋ ਗੁਰੂ ਮਹਾਰਾਜ ਦੀ ਜੋ ਮਰਿਆਦਾ ਸ਼ੁਰੂ ਤੋਂ ਚੱਲੀ ਆ ਰਹੀ ਹੈ, ਪ੍ਰਸ਼ਾਦ ਤੇ ਪਰ ਕੇਵਲ ਕੜਾਹ ਪ੍ਰਸ਼ਾਦ ਹੁੰਦਾ ਹੈ, ਜਿਹੜਾ ਸਵੇਰੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਆਨੰਦ ਸਾਹਿਬ ਦਾ ਪਾਠ ਤੋਂ ਬਾਅਦ, ਉਹ ਉਦੋਂ ਬਾਅਦ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਅੱਜ ਕੱਲ੍ਹ ਉਹ ਪ੍ਰਸ਼ਾਦ ਅਸੀਂ ਜਦ ਕਾਫੀ ਪਹਿਲਾਂ 10 ਕਿਲੋ ਦਾ ਦੇਗ ਦਾ ਪੂਰੀ ਘੀ ਦੀ ਤਿਆਰ ਕੀਤੀ ਜਾਂਦੀ ਸੀ ਅਤੇ ਕਾਫੀ ਸਾਰਾ ਦਿਨ ਵਰਤਦੀ ਸੀ। ਅਸੀਂ ਉਸ ਨੂੰ ਚੀਜ਼ ਨੂੰ ਘਟਾ ਕੇ ਸਿਰਫ ਥੋੜ੍ਹੀ ਮਾਤਰਾ ਦੇ ਵਿੱਚ ਸਵੇਰੇ ਉਹਨੂੰ ਪ੍ਰਸ਼ਾਦ ਨੂੰ ਮਰਿਆਦਾ ਅਨੁਸਾਰ ਤਿਆਰ ਕਰਦੇ ਹਾਂ ਅਤੇ ਉਹ ਸਵੇਰੇ ਉਸੇ ਹੀ ਵੰਡ ਦਿੰਦੇ ਹਾਂ। ਉਸ ਤੋਂ ਬਾਅਦ ਸਾਰਾ ਦਿਨ ਅਸੀਂ ਸੁੱਕਾ ਪ੍ਰਸ਼ਾਦ ਰੱਖਦੇ ਹਾਂ, ਜੇ ਕਿਸੇ ਦੀ ਮਰਜ਼ੀ ਹੈ ਉਹ ਲੈ ਸਕਦਾ, ਕਿ ਉਹ ਨਹੀਂ ਲੈਣਾ ਚਾਹੁੰਦਾ ਨਾ ਵੀ ਲਵੇ। ਅਸੀਂ ਬਿਲਕੁਲ ਟੱਚ ਫਰੀ ਹੈ ਸਿਸਟਮ ਉਹਦੇ ਵਿੱਚ ਵੀ, ਉਹ ਤੁਹਾਨੂੰ ਜੇ ਪ੍ਰਸ਼ਾਦ ਦੇਣਗੇ ਤਾਂ ਇੱਥੋਂ, ਅਤੇ ਇਹਨਾਂ ਨੇ ਤੁਹਾਨੂੰ ਪ੍ਰਸ਼ਾਦ ਜਿਹੜਾ ਦੇਣਾ ਉਹ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਕਰਕੇ ਤੁਹਾਨੂੰ ਦੇ ਦੇਣਾ। ਇਹ ਤੁਹਾਡੀ ਮਰਜ਼ੀ ਹੈ, ਇਹਦੇ ਵਿੱਚ ਅਸੀਂ ਪ੍ਰਸ਼ਾਦ ਭਾਵੇਂ ਪਰ ਕਿਉਂਕਿ ਸ਼ਰਧਾ ਜੁੜੀ ਹੁੰਦੀ ਹੈ। ਉਸ ਤੋਂ ਬਾਅਦ ਬਾਹਰ ਜਾਣ ਦਾ ਰਸਤਾ ਇੱਥੋਂ ਫਿਰ ਅਲੱਗ ਹੈ। ਤੁਸੀਂ ਐਂਟਰੀ ਜਿੱਥੋਂ ਕੀਤੀ ਹੈ ਇੱਥੋਂ ਤੁਸੀਂ ਇਹ ਬਾਹਰ ਜਾਣ ਲਈ ਇੱਧਰ ਇਸ ਸਾਈਡ 'ਤੇ ਜਾਣਾ। ਜਿਸ ਤੱਕ ਹੁਣ ਪ੍ਰਸ਼ਾਦ ਵੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਹੁਣ ਕੜਾਹ ਪ੍ਰਸ਼ਾਦ ਨਹੀਂ ਬਣਾਉਂਦੇ, ਜਿਸ ਤਰੀਕੇ ਨਾਲ ਭਾਈ ਸਾਹਿਬ ਚਿਮਟੇ ਨਾਲ ਦੇ ਸੀ, ਹੁਣ ਕੋਈ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਜਾਂ ਕਿਸੇ ਨੂੰ ਲੰਗਰ ਚਾਹੀਦਾ ਹੁੰਦਾ ਜਾਂ ਤੁਸੀਂ ਦੇ ਸਕਦੇ ਹੋ, ਪਕੜਾ ਸਕਦੇ ਹੋ ਪੈਕ ਕੀਤਾ ਹੋਇਆ ਲੰਗਰ? ਕੋਈ ਭੁੱਖਾ ਆ ਜਾਂਦਾ ਵੀ ਸਾਨੂੰ ਲੰਗਰ ਦੀ ਲੋੜ, ਅਸੀਂ ਖਾਦਾ ਨਹੀਂ ਹੋ, ਜਿਵੇਂ ਸਿੰਘ ਸਾਹਿਬ ਬਾਹਰ ਖੜੇ ਨੇ
ਗੇਟ ਉੱਪਰ ਕਿਸੇ ਲੰਗਰ ਦਿੱਤਾ ਜਾ ਸਕਦਾ ਪੈਕ ਕਰਕੇ? ਬਿਲਕੁਲ, ਜਿਵੇਂ ਤੁਸੀਂ ਦੱਸਿਆ ਲੰਗਰ ਤਾਂ ਪਿਛਲੇ 3 ਮਹੀਨੇ ਤੋਂ ਲਗਾਤਾਰ, ਭਾਵੇਂ ਗੁਰਦੁਆਰਾ ਸਾਹਿਬ 'ਚ ਬਿਲਕੁਲ ਹੀ ਅਸੀਂ ਕਰਫਿਊ ਵੀ ਲੱਗਿਆ ਸੀ, ਬਾਹਰ ਅਸੀਂ ਸਿਰਫ ਅੰਦਰ ਹੀ ਅੰਦਰ ਮਰਿਆਦਾ ਕਰ ਰਹੇ ਸੀ, ਪਰ ਲੰਗਰ ਜੇ ਸੇਵਾ ਸੀ ਉਹ ਲਗਾਤਾਰ ਚੱਲਦੀ ਰਹੀ ਹੈ। ਲੰਗਰ ਸੇਵਾ ਕਿਉਂਕਿ ਅਸੀਂ ਲੰਗਰ ਤਿਆਰ ਕਰਕੇ ਸਰਕਾਰ ਨੂੰ ਦਿੰਦੇ ਸੀ, ਸਰਕਾਰ ਅੱਗੇ ਉਹਨਾਂ ਨੂੰ ਤਕਰੀਬਨ 1500 ਜਣਿਆਂ ਦਾ ਲੰਗਰ ਰੋਜ਼ ਤਿਆਰ ਹੁੰਦਾ ਸੀ, ਤਾਂ ਜਾਂ ਕੁਝ ਬੱਚੇ ਹੁੰਦੇ ਸੀ ਜਿਹੜੇ ਪੀਜੀਆਂ 'ਚ ਵਿਚਾਰੇ ਸਟਕ ਹੋਏ ਹੋਏ ਸੀ, ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ, ਤੇ ਉਹ ਲੰਗਰ ਅਸੀਂ ਬਾਹਰ ਜਾਂਦਾ ਸੀ। ਹੁਣ ਉਹ 30 ਤਰੀਕ ਤੋਂ ਲੰਗਰ ਪੂਰਾ ਹੋ ਚੁੱਕਿਆ, ਬੰਦ ਹੋ ਚੁੱਕਿਆ ਉਹ ਸਰਵਿਸ, ਪਰ ਫਿਰ ਵੀ ਜੇ ਸਾਡੇ ਆਪਣੇ ਵੀ ਤਕਰੀਬਨ ਜੋ ਐਸਟੈਬਲਿਸ਼ਮੈਂਟ ਜੋ ਸੰਨੀ ਸਾਡੀ ਇੱਥੇ ਹੈਗੀ ਉਹਨਾਂ ਦੀ ਲੰਗਰ ਤਿਆਰ ਹੁੰਦਾ, ਪਰ ਸੰਗਤੀ ਰੂਪ ਵਿੱਚ ਲੰਗਰ ਹਲੇ ਨਹੀਂ ਸ਼ੁਰੂ ਕੀਤਾ ਜਾਣਾ। ਉਹ ਅਸੀਂ ਲਿਖ ਕੇ ਵੀ ਲਾਇਆ, ਆਰਜੀ ਤੌਰ 'ਤੇ ਆ ਕੁਝ ਸੇਵਾਵਾਂ ਜਿਹੜੀ ਸਾਡੀ ਰੈਗੂਲਰ ਸੀਗੀਆਂ ਇੱਥੇ ਉਹ ਅਸੀਂ ਬੰਦ ਕਰ ਦਿੱਤੀਆਂ, ਕਿਉਂਕਿ ਯਾਤਰੀ ਨਿਵਾਸ ਸੀ, ਕਿਉਂਕਿ ਸਾਡੇ ਕੋਲ 150-200 ਬੱਚਾ ਰੋਜ਼ ਆ ਜਾਂਦਾ, ਕਿ ਪੇਪਰ ਹੁੰਦਾ ਸੀ ਸੈਚਰਡੇ ਨੂੰ ਜਾਂ ਕਿਸੇ ਦਿਨ ਹੋਰ ਵੀ ਤੇ ਉਹ ਮਤਲਬ ਵੀ ਉਹ ਸਾਰੇ ਯਾਤਰੀ ਨਿਵਾਸ ਵੀ ਬੰਦ ਕੀਤਾ ਹੋਇਆ ਟੈਂਪਰੇਰੀ। ਸੰਗਤੀ ਰੂਪ ਵਿੱਚ ਲੰਗਰ ਸੇਵਾ ਬੰਦ ਕੀਤੀ ਹੈ, ਲਾਇਬ੍ਰੇਰੀ ਬੰਦ ਕੀਤੀ ਹੈ, ਤੇ ਡਿਸਪੈਂਸਰੀ ਬੰਦ ਕੀਤੀ ਹੈ। ਮੈਟਰੀਮੋਨੀਅਲ ਰਜਿਸਟ੍ਰੇਸ਼ਨ ਜੋ ਸਾਡੇ ਕੋਲ ਬੜੀ ਅੱਛੀ ਬੜੀ ਫੇਮਸ ਹੈ ਸਾਡੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਬੰਦ ਕੀਤੇ। ਕੀਰਤਨ ਸਿਖਲਾਈ, ਗੱਤਕਾ ਸਿਖਲਾਈ, ਦਸਤਾਰ, ਇਹ ਰੈਗੂਲਰ ਸੇਵਾਵਾਂ ਸੀ, ਇਹ ਹੁਣ ਆਰਜੀ ਤੌਰ 'ਤੇ ਅਸੀਂ ਬੰਦ ਕੀਤੀਆਂ। ਸਾਰਾ ਬਾਕੀ ਇੰਸਟਰਕਸ਼ਨ ਅਸੀਂ ਮਾਸਕ ਨਹੀਂ ਪਾਉਣਾ, ਬਾਕੀ ਬਾਹਰੋਂ ਪ੍ਰਸ਼ਾਦ ਲਿਆਉਣ 'ਤੇ ਵੀ ਅਸੀਂ ਬੇਨਤੀ ਕੀਤੀ ਹੈ ਸਭ ਨੂੰ ਵੀ ਬਾਹਰ ਤੋਂ ਪ੍ਰਸ਼ਾਦ ਨਾ ਲਿਆਉਣ ਦੀ ਖਿੱਚ, ਕਿਉਂਕਿ ਮਠਿਆਈਆਂ ਲੋਕ ਲੈ ਕੇ ਆਪਣੀ ਖੁਸ਼ੀ ਦੇ ਅਨੁਸਾਰ ਗੁਰਦੁਆਰਾ ਸਾਹਿਬ ਆਉਂਦੇ, ਅਸੀਂ ਉਹ ਨਹੀਂ ਲੈ ਰਹੇ ਹੁਣ। ਜੇ ਕਿਸੇ ਨੇ ਲੰਗਰ ਵਿੱਚ ਕੋਈ ਯੋਗਦਾਨ ਪਾਉਣਾ ਹੋਏ ਉਹ ਫਿਰ ਪਾ ਸਕਦਾ ਲੰਗਰ ਵਿੱਚ? ਜੇ ਕਿਸੇ ਨੇ ਸੁੱਕਾ ਰਾਸ਼ਨ ਦੇ ਸਕਦਾ, ਸੁੱਕਾ ਰਾਸ਼ਨ ਦੇ ਸਕਦਾ, ਪੈਸੇ ਦੇ ਸਕਦਾ, ਪਰ ਆਪਣੇ ਰਾਸ਼ਨ ਦੇ ਕਿਸੇ ਬਣਿਆ ਤਿਆਰ ਹੋਇਆ ਨਹੀਂ ਲੈਂਦੇ ਅਸੀਂ, ਕਿਸੇ ਤਿਆਰ ਹੋਈ ਚੀਜ਼ ਕੋਈ ਨਹੀਂ ਲੈ ਰਹੇ ਹੁਣ। ਹੁਣ ਸਰਕਾਰ ਦੀਆਂ ਅਗਲੀਆਂ ਹਦਾਇਤਾਂ ਨਹੀਂ ਹੁੰਦੀ ਤਦ ਤੱਕ ਤਾਂ ਇਹ ਗਾਈਡਲਾਈਨਾਂ ਜਾਰੀ ਰਹਿਣਗੀਆਂ। ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੇ ਬੱਚੇ ਆ ਕੇ ਰਹਿੰਦੇ ਨੇ ਇੱਥੇ, ਯਾਤਰੂ ਸਥਾਨ ਤੁਹਾਡੇ ਬਣੇ ਹੋਏ ਨੇ, ਉਹ ਬੰਦ ਕਰ ਦਿੱਤੇ ਗਏ ਨੇ, ਫਿਰ ਹੁਣ ਤਾਂ ਲੱਗਦਾ ਕਿ ਅੱਗੇ ਜਾ ਕੇ ਜਿਸ ਤਰੀਕੇ ਨਾਲ ਕਰੋਨਾ ਦਾ ਕਹਿਰ ਚੱਲਦਾ ਪਿਆ, ਅੱਗੇ ਜਾ ਕੇ ਹੁਣ ਕਿਤੇ ਨਾ ਕਿਤੇ ਰਾਹਤ ਮਿਲੇਗੀ, ਜਾਂ ਲੋਕੀ ਜਿਹੜੇ ਮੱਥਾ ਟੇਕਣ ਆਉਂਦੇ ਪਏ ਨੇ ਉਹ ਵੀ ਕਿਤੇ ਨਾ ਕਿਤੇ ਇਮਿਊਨਿਟੀ ਸਟਰੋਂਗ ਕਰਨ ਦੀ ਗੱਲ ਕੀਤੀ ਜਾਂਦੀ, ਕਿਤੇ ਨਾ ਕਿਤੇ ਜੁੜ ਕੇ ਇਮਿਊਨਿਟੀ ਸਟਰੋਂਗ ਹੋਏਗੀ। ਆਪਾਂ ਕਹਿੰਦੇ ਵੀ ਰੱਬ ਦੇ ਘਰ ਜਾ ਕੇ ਹੋਰ ਥੋੜਾ ਆਪਾਂ ਨੂੰ ਬਲ ਮਿਲਦਾ। ਨਹੀਂ, ਉਹ ਤਾਂ ਠੀਕ ਹੈ ਗੱਲ, ਬਿਲਕੁਲ। ਜਦੋਂ ਤੱਕ ਦੇਖੋ ਜਦੋਂ ਤੱਕ ਅਸੀਂ ਇਹਦਾ ਧਿਆਨ ਰੱਖਣਾ, ਉਹਦਾ ਧਿਆਨ ਰੱਖਣਾ ਹੀ ਰੱਖਣਾ ਪੈਣਾ। ਸਰਕਾਰ ਦਾ ਵੀ ਨਿਰਦੇਸ਼ ਦੇਖਣਾ ਹੀ ਦੇਖਣਾ ਅਸੀਂ, ਕਿ ਜੇ ਬਾਹਰੋਂ ਆਉਣਾ ਜਾਣਾ ਹੀ ਪੂਰਾ ਜ਼ਿਆਦਾ ਨਹੀਂ ਹੈਗਾ ਤਾਂ ਤਕਰੀਬਨ ਬੱਚਿਆਂ ਦਾ ਆਉਣ ਦਾ ਵੀ ਕੋਈ ਚਾਂਸ ਨਹੀਂ। ਯਾਤਰੀ ਸੇਵਾ ਹਲੇ ਇਹਦੀ ਇੰਨੀ ਜਲਦੀ ਅਸੀਂ ਸ਼ੁਰੂ ਨਹੀਂ ਕਰ ਰਹੇ, ਕਿਉਂਕਿ ਹੋਟਲ ਵੀ ਨੇ ਇਹਨਾਂ ਨੇ ਚਲਾਏ, ਹਲੇ ਤੱਕ ਬਾਹਰੋਂ ਆਉਣ ਜਾਣ ਦਾ ਇਹਨਾਂ ਦਾ ਉਹ ਸਿਸਟਮ ਦੇਖ ਕੇ ਹੀ ਅਸੀਂ ਇਹ ਪੂਰਾ ਇਤਿਹਾਤ ਵਰਤ ਕੇ ਜੋ ਸਾਰਾ ਕੁਝ ਦੇਖ ਕੇ ਅਸੀਂ ਫਿਰ ਸ਼ੁਰੂ ਕਰਾਂਗੇ। ਉਹ ਇੰਨੀ ਜਲਦੀ ਨਹੀਂ ਅਸੀਂ ਕਰਨ ਲੱਗੇ, ਜਦ ਤੱਕ ਅਸੀਂ ਬਾਕੀ ਨਾਲ ਵੀ ਸਰਕਾਰ ਦੇ ਨਿਰਦੇਸ਼ ਵੀ ਦੇਖਾਂਗੇ ਉਸ ਬਾਰੇ ਕੀ ਨੇ ਸਾਡੇ ਲਈ। ਜਿਵੇਂ ਤੁਸੀਂ ਦੇਖ ਹੀ ਹੋ ਕਿ ਏਮਸ ਨਿਊ ਦਿੱਲੀ ਦਾ ਪੋਸਟਰ ਲੱਗਿਆ ਹੋਇਆ ਹੈ, ਤੇ ਤੁਹਾਨੂੰ ਅਸੀਂ ਵੀ ਦੱਸ ਦਈਏ ਕਿ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਤੇ ਧਾਰਮਿਕ ਸਥਾਨ ਵਿੱਚ ਵੀ ਪਾਲਣਾ ਹੋ ਰਹੀ ਹੈ। ਜਿਸ ਤਰ੍ਹਾਂ ਅਸੀਂ 34 ਸੈਕਟਰ ਗੁਰਦੁਆਰੇ ਦੇ ਵਿੱਚ ਖੜੇ ਹਾਂ, ਮੌਜੂਦ ਹੈਗੇ ਹਾਂ। ਤੁਸੀਂ ਇਹ ਫਿਰ ਅੰਦਰ ਬੋਰਡ ਲੱਗਿਆ ਦੇਖਿਆ ਹੋਏਗਾ, ਪਹਿਲਾਂ ਤੁਸੀਂ ਐਂਟਰੀ ਪੁਆਇੰਟ ਤੇ ਲੱਗਿਆ ਦੇਖਿਆ ਸੀ, ਦੁਬਾਰਾ ਫਿਰ ਇਹ ਬੋਰਡ, ਇਹ ਸਰਕਾਰ ਦੀਆਂ ਹਦਾਇਤਾਂ ਨੇ। ਇਹ ਤੁਸੀਂ ਜੋ ਬੋਰਡ ਦੇਖਦੇ ਹੋ ਸਾਰੇ ਸਰਕਾਰ ਦੀਆਂ ਹਦਾਇਤਾਂ ਨੇ, ਇਸ ਤੋਂ ਬਿਨਾਂ ਤੁਹਾਡੀ ਐਂਟਰੀ ਨਹੀਂ ਹੋਣੀ। ਦੂਸਰੇ ਪਾਸੇ ਜਿਹੜੇ ਯਾਤਰੂ ਜਾਂ ਜਿਹੜੇ ਪੀਜੀ ਵਾਲੇ ਲੜਕੇ ਲੜਕੀਆਂ ਆਉਂਦੇ ਸੀ, ਜਾਂ ਕਈ ਐਗਜ਼ਾਮ ਦੇਣ ਆਉਂਦੇ ਸੀ, ਪੇਪਰ ਦੇਣ ਆਉਂਦੇ ਸੀ ਇੱਥੇ, ਜਾਂ ਵੈਸੇ ਕਈ ਆਉਂਦੇ ਸੀ, ਉਹ ਇੱਥੇ ਰਹਿ ਜਾਂਦੇ ਸੀ। ਪਰ ਉਹਨੂੰ ਇਹੋ ਜਿਹਾ ਕੁਛ ਨਹੀਂ ਹੈਗਾ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ। ਦੂਸਰੀ ਗੱਲ ਹੈ, ਤੁਸੀਂ ਲੰਗਰ ਖਾ ਨਹੀਂ ਸਕਦੇ ਗੁਰਦੁਆਰੇ ਵਿੱਚ। ਜੇ ਤੁਹਾਨੂੰ ਲੋੜ ਹੈਗੀ ਹੈ, ਤੁਸੀਂ ਬਾਲ ਸਿੰਘ ਸਾਹਿਬ ਨੂੰ ਕਹਿ ਸਕਦੇ ਹੋ, ਜਿਹੜੇ ਉੱਥੇ ਗੇਟ ਤੇ ਹੋਣਗੇ, ਤੁਹਾਨੂੰ ਲੰਗਰ ਪੈਕ ਕਰਕੇ ਮਿਲੇਗਾ। ਤੀਸਰੀ ਗੱਲ ਹੈ ਕਿ ਵਿਆਹ ਸ਼ਾਦੀਆਂ ਦੇ ਜਿਹੜੇ ਹੁੰਦੇ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਅਗਲੀਆਂ ਹਦਾਇਤਾਂ ਤੱਕ। ਹੁਣ ਅਲੱਗ-ਅਲੱਗ ਹਦਾਇਤਾਂ ਹੈਗੀਆਂ ਨੇ, ਧਾਰਮਿਕ ਸਥਾਨ ਖੁੱਲ੍ਹ ਗਏ ਨੇ, ਪਰ ਕਈ ਹਦਾਇਤਾਂ ਨਾਲ ਖੁੱਲ੍ਹ ਗਏ ਨੇ। ਜਿਵੇਂ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ, ਜਿਵੇਂ ਤੁਸੀਂ ਦੇਖ ਰਹੇ ਹੋ, ਐਂਟਰੀ ਪੁਆਇੰਟ ਆਉਣ ਦਾ ਤੇ ਜਾਣ ਦਾ ਉਹ ਅਲੱਗ-ਅਲੱਗ ਹੋਣੇ ਚਾਹੀਦੇ ਨੇ। ਗੁਰਦੁਆਰੇ ਵਿੱਚ ਵੀ ਇੱਦਾਂ ਹੀ ਕੀਤਾ ਗਿਆ, ਆਉਣ ਦਾ ਰਸਤਾ ਅਲੱਗ ਹੈ ਤੇ ਬਾਹਰ ਜਾਣ ਦਾ ਰਸਤਾ ਅਲੱਗ ਹੈ। ਤੇ ਜਿਵੇਂ ਲਿਖਿਆ ਵੀ ਹੋਇਆ ਬਾਹਰ ਜਾਣ ਦਾ ਰਸਤਾ, ਜਿਵੇਂ ਤੁਸੀਂ ਗੇਟ ਦੇਖ ਰਹੇ ਹੋ ਮੇਰੇ ਪਿੱਛੇ, ਇਹ ਬਾਹਰ ਜਾਣ ਦਾ ਰਸਤਾ ਛੋਟਾ ਗੇਟ, ਔਰ ਇਹ ਆਉਣ ਦਾ ਰਸਤਾ ਜਿਸ ਰਸਤੇ ਅਸੀਂ ਆਏ ਹਾਂ। ਤੁਹਾਨੂੰ ਸਾਰੇ ਅਸੀਂ ਇਹਦੀ ਪ੍ਰਕਿਰਿਆ ਦੱਸੀਏ, ਜਾਂ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਤੁਸੀਂ ਇੱਥੇ ਆ ਸਕਦੇ ਹੋ। ਤਾਂ ਤੁਹਾਨੂੰ ਬਾਕੀ ਧਾਰਮਿਕ ਸਥਾਨ 'ਤੇ ਵੀ ਲਿਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ, ਮਸਜਿਦ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਮਸਜਿਦ ਵਿੱਚ ਕਿਸ ਕਿਸ ਤਰੀਕੇ ਦੀਆਂ ਤਿਆਰੀਆਂ ਨੇ। ਮੰਦਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਕਿ ਮੰਦਰ ਵਿੱਚ ਕਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਚਰਚ ਵਿੱਚ ਵੀ ਲੈ ਕੇ ਜਾਵਾਂਗੇ ਕਿ ਚਰਚ ਵਿੱਚ ਕਿਹੋ ਜਿਹੀਆਂ ਉੱਥੇ ਤਿਆਰੀਆਂ ਕੀਤੀਆਂ ਗਈਆਂ ਨੇ। ਤੁਹਾਨੂੰ ਅਸੀਂ ਪਹਿਲਾਂ ਦਿਖਾਇਆ ਸੀ ਗੁਰਦੁਆਰੇ ਦੇ ਵਿੱਚ ਕਿਸ ਤਰੀਕੇ ਦੇ ਉੱਥੇ ਪ੍ਰਬੰਧ ਕੀਤੇ ਗਏ ਸੀ ਸ਼ਰਧਾਲੂਆਂ ਨੂੰ ਲੈ ਕੇ। ਹੁਣ ਅਸੀਂ ਪਹੁੰਚੇ ਹਾਂ ਸੈਕਟਰ 45 ਜਾਮਾ ਮਸਜਿਦ ਦੇ ਵਿੱਚ। ਹੁਣ ਆਪਾਂ ਜਾਮਾ ਮਸਜਿਦ ਵਿੱਚ ਜਾਵਾਂਗੇ ਤਾਂ ਅੰਦਰ ਆਪਾਂ ਜਾਇਜ਼ਾ ਲਾਂਗੇ ਵੀ ਕਿਸ ਤਰੀਕੇ ਦੇ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ, ਜਦੋਂ ਵੀ ਕੋਈ ਨਮਾਜ਼ ਅਦਾ ਕਰਨਾ ਆਊਗਾ ਕਿਸ ਕਿਸ ਚੀਜ਼ਾਂ ਦੀ ਹਦਾਇਤਾਂ ਕੀਤੀਆਂ ਗਈਆਂ ਨੇ। ਆਪਾਂ ਅੰਦਰ ਕੇ ਗੱਲਬਾਤ ਵੀ ਕਰਾਂਗੇ। ਅਸੀਂ ਇਸ ਸਮੇਂ ਮੌਜੂਦ ਹਾਂ ਸੈਕਟਰ 45 ਜਾਮਾ ਮਸਜਿਦ ਵਿੱਚ। ਆਪਾਂ ਗੱਲਬਾਤ ਵੀ ਕਰਾਂਗੇ, ਪਾਲਣਾ ਕੀਤਾ ਜਾ ਰਿਹਾ ਜੋ ਕਿ ਸਰਕਾਰ ਨੇ ਕਿਹਾ ਸੀ, ਕਿਹੜੀ ਕਿਹੜੀ ਹਦਾਇਤਾਂ ਦਾ। ਆਪਾਂ ਇਹ ਵੀ ਦੇਖਾਂਗੇ ਕਿ ਨਮਾਜ਼ ਪੜ੍ਹਨ ਲੱਗਿਆ ਆਪਾਂ ਦੇਖਦੇ ਸੀ ਕਿ ਕਾਫੀ ਲੋਕ ਇਕੱਠੇ ਹੋ ਜਾਂਦੇ ਸੀ, ਤਾਂ ਹੁਣ ਕਿਸ ਤਰੀਕੇ ਨਾਲ ਮੈਨੇਜ ਕੀਤਾ ਗਿਆ। ਜਿਵੇਂ ਗੁਰਦੁਆਰੇ 'ਚ ਜਾ ਕੇ ਆਪਾਂ ਦੇਖਿਆ ਸੀ ਕਿ ਗਲਾਸ ਉੱਪਰ ਤੁਸੀਂ ਮੱਥਾ ਟੇਕ ਸਕਦੇ ਸੀ, ਇੱਕ ਟਫਨ ਗਲਾਸ ਰੱਖਿਆ ਹੋਇਆ ਸੀ। ਇਹਨਾਂ ਨੇ ਕਿਸ ਤਰੀਕੇ ਦੇ ਇੰਤਜ਼ਾਮ ਕੀਤੇ ਨੇ, ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਹੜੀਆਂ ਹਦਾਇਤਾਂ ਸਰਕਾਰ ਨੇ ਹੁਣ ਮਸਜਿਦ ਨੂੰ ਦਿੱਤੀਆਂ ਨੇ। ਵੈਸੇ ਤਾਂ ਸਾਰੀਆਂ ਗਾਈਡਲਾਈਨਾਂ ਸੇਮ ਹੀ ਜਿਹੜੇ ਧਾਰਮਿਕ ਸਥਾਨ ਹੈ ਇੱਕੋ ਜਿਹੀ ਦਿੱਤੀਆਂ ਹੋਈਆਂ ਨੇ।
ਹੁਣ ਆਪਾਂ ਗੱਲਬਾਤ ਕਰਾਂਗੇ ਤਾਜ ਸ਼ਮਸ਼ੇਰ ਅਲੀ ਨਾਲ, ਜੋ ਕਿ ਇੱਥੇ ਹੀ ਮੌਜੂਦ ਹੁੰਦੇ ਨੇ। ਪ੍ਰਿੰਸੀਪਲ ਨੇ, ਕਿਉਂਕਿ ਮਦਰਸਾ ਵੀ ਇੱਥੇ ਚੱਲਦਾ ਹੈ, ਪ੍ਰਿੰਸੀਪਲ ਨੇ ਉਹ ਮਸਜਿਦ ਦੀ ਦੇਖ ਰੇਖ ਵੀ ਕਰਦੇ ਨੇ, ਜਾਮਾ ਮਸਜਿਦ ਦੀ 45 ਸੈਕਟਰ ਦੇ ਵਿੱਚ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀਆਂ ਜਿਹੜੇ ਗਾਈਡਲਾਈਨ ਆਈਆਂ ਨੇ, ਤਾਂ ਜੇ ਕਿਸੇ ਨੇ ਨਮਾਜ਼ ਪੜ੍ਹਨ ਆਉਣਾ ਹੈ ਮਸਜਿਦ ਦੇ ਵਿੱਚ, ਤਾਂ ਕਿਸ ਤਰੀਕੇ ਦੀ ਜਿਹਨਾਂ ਨਮਾਜ਼ ਪੜ੍ਹਨ ਆਉਣਾ, ਕਿਸ ਤਰੀਕੇ ਦੀ ਹਦਾਇਤਾਂ ਨੂੰ ਪਾਲਣਾ ਉਹ ਕਰਨ। ਆਪਾਂ ਸਾਰੀ ਸ਼ਮਸ਼ੇਰ ਅਲੀ ਕੋਲ ਗੱਲਬਾਤ ਕਰਾਂਗੇ ਤਾਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਜੇ ਕਿਸੇ ਨੇ ਨਮਾਜ਼ पढ़न आना है, नमाज पढ़ने के दौरान केड़ी केड़ी हिदायतों की जी पालना करनी पैनी है? देखिए, जो भी गवर्नमेंट की तरफ से हिदायतें जारी की गई हैं, हम उनका पूरा पूरा पालन करेंगे। नंबर एक उसमें दे कि पहले तो कि 10 साल से कम बच्चा और 65 साल से के अबव और कोई बीमार व्यक्ति हमारे यहाँ कोई नमाज़ पढ़ने के लिए नहीं आएगा। नंबर 2, जब वो नमाज़ पढ़ने के लिए आएंगे तो हमने एक हिदायत जारी की है कि कोई भी आदमी नमाज़ पढ़ने के लिए मस्जिद में आता है तो वो घर से वज़ू करके आए, चूँकि घर के यहाँ वज़ू खाना जो है और लेटरिन बाथरूम वो बंद कर दिया गया है, चूँकि पानी फैलता उससे बीमार होने का ज़्यादा अंदेशा होता है। तो इसलिए हमने यहाँ वज़ू खाना और लेटरिन बाथरूम जो हम मुकम्मल बंद कर दिए हैं और सबको हिदायत की गई वो साफ़ सुथरे के साथ आ जाएं। और जैसे ही वो आएंगे तो हम उनके हाथों को सैनिटाइजर कराएंगे, हमारे एक आदमी वहाँ बैठा हुआ है, उसके बाद फिर वो मस्जिद के अंदर आएंगे और नमाज़ पढ़ेंगे। मैं लोगों का वज़ू खाना कहते हैं, जिस तरीके नाल तुसीं ये वज़ू खाना है, हत्थ पैर धो के नमाज अदा करन तो पहला ये वज़ू खाना किया जाता है। इत्थों सारे जने ही जिहड़े हैगे ने अंदर जाण तो पहला, नमाज अदा करन तो पहला अपने हत्थ मूँह धोंदे ने, बंद कर दिता गया। कारण यही है कि कई इत्थे पानी रोड़ते हैं या कुरली भी करते हैं, तो बंद कर दिता गया, उन्हें तो तुसीं नहीं कर सकोगे। हुण अंदर जाके भी आपां देखांगे किहड़ी किहड़ी हिदायतां ने, फिर अंदर जाके किहड़ी किहड़ी होर हिदायतां दित्तियां गईयां। अंदर जी ऐसा है कि पहले तो हम आपस में लोग नमाज़ पढ़ते थे मिलजुल कर ही, उसमें कोई दिक्कत नहीं थी। लेकिन चूँकि महामारी का दौर है और कोरोना की से बचना भी है और गवर्नमेंट की हिदायत भी है, तो हमने मस्जिद में निशान लगाए हैं ताकि डिस्टेंस को बरकरार रखा जाए और नमाज पढ़ते समय डिस्टेंस में कोई प्रॉब्लम ना आए। तो हमने मस्जिद के निशान लगा दिए हैं ताकि एक आदमी यहाँ बैठे, एक आदमी यहाँ बैठे, और उसमें तकरीबन हमने 6 फीट का फासला रखा हुआ है ताकि डिस्टेंस पूरा रहे और गवर्नमेंट की जो हिदायतें हैं उनके मुताबिक ही लोग आकर मस्जिद में नमाज़ पढ़ें, किसी को कोई परेशानी ना हो। और ये इंसानियत की मैक्सिमम सबसे बड़ी खिदमत होगी कि इस बीमारी से हम खुद बचें और दूसरों को बचाने के अंदर हम अपना पूरा पूरा योगदान दें। इसलिए हमारी कमेटी ने आज ये रात ही बल्कि ऐलान कराया था कि भाई ऐलान मस्जिद में कि निशान लगा दें ताकि आने वाले वक्त में किसी नमाजी को पूछने की प्रॉब्लम ना पड़े और वो अपनी जगह पर बैठ जाए। ये देखिए निशान लगा दिए गए हैं, जो एक से जगह दूसरी जगह तकरीबन 6 फीट का फासला रखा गया है। अगर नमाज पढ़ने में जैसे शुक्रवार को हो, शुक्रवार को काफ़ी भीड़ हो जाती है मस्जिद में, अगर यहाँ भीड़ हो जाती है, अगर जैसे ये इंतजाम किया हुआ तकरीबन 40 से 50 लोग यहाँ बैठ सकते हैं निशान के ऊपर, अगर ज़्यादा भीड़ हो जाती है फिर उनको क्या हिदायतें होंगी? देखिए, अभी जुमे में कई दिन बाकी हैं, लेकिन गवर्नमेंट की तरफ से जुमे के लिए कोई हिदायत जारी नहीं की गई है और हम इंशाल्लाह कोशिश करेंगे कि हम डीसी से या और दूसरे डिपार्टमेंट से बात करेंगे कि जुमे में ज़्यादा लोग आ जाते हैं तो हम उसको कैसे सोल्व करें। अभी तक इस बारे में जुमे के लिए कोई हिदायत जारी नहीं की गई है कि चूँकि जुमे तो ज़्यादा लोग आएंगे, लेकिन जब तक के लिए कोई हमारे पास गाइडलाइन नहीं आती, जब तक हम कोशिश करेंगे कि हम कम से कम लोग नमाज़ पढ़ें। अभी कालीन के ऊपर पहले यहाँ बिछे हुए थे सारे यहाँ पे नीचे, उसके ऊपर कर सकते थे, अभी आपने उठा दिए। क्या अपने घर से कोई कालीन वगैरह कपड़ा ला सकता है कि आप ऐसी फर्श के ऊपर ही नमाज अदा करनी पड़ेगी? नहीं, घर से अगर कोई चाहे साफ जाए नमाज हो तो वो लाकर उस पर पढ़ सकता है, हमें कोई दिक्कत नहीं है। अब वो कालीन इसलिए हटाए हैं चूँकि उसके अंदर बहुत गर्दा जमा रहता है, तो कोई भी आदमी आएगा सजदा करेगा तो उसके अंदर सांस भी जाएगी, उसके अंदर गर्दा भी आ सकता है और वायरस का ज़्यादा उसमें रहने का ज़्यादा चांस रहते हैं। तो इसलिए हमने उसको हटा दिया और बिल्कुल साफ़ करवा दी ताकि किसी किस्म की कोई भी आदमी को बीमारी ना लगे, एक दूसरे से लगे, इसलिए सारा कुछ तैयार कराया गया है। अगर किसी ने बाहर नमाज पढ़नी है, और पहली तो बात ये कि कितना टाइमिंग दिया गया है, हिदायत कितनी है, कितने से लेकर कितने बजे तक? अगर ज़्यादा ये लोग इकट्ठे हो सकते हैं शाम के वक्त या सुबह के वक्त, क्या बाहर भी नमाज पढ़ सकते हैं वो? नहीं, इसमें जो जमात होगी, जमात में तो हम कम से कम आदमी रखेंगे, लेकिन अगर कोई आदमी आता है बाद में तो अकेला नमाज़ पढ़ लेगा। वो 2 आदमी आए तो अलग अकेले नमाज़ पढ़ना है, उसमें कोई प्रॉब्लम नहीं आएगी, उसमें कोई इशू नहीं है। असल इशू है जमात का होना, क्योंकि जमात में हमारे एक साथ लोग खड़े होकर नमाज़ पढ़ते हैं लाइन लगाकर, तो लाइन लगाने के लिए हमें प्रॉब्लम आती है। तो हम वो कोशिश करेंगे जैसी अजान होगी, नमाज का टाइम होगा, फ़ौरन नमाज़ पढ़ेंगे ताकि भीड़ को रोका जा सके। हम भीड़ इकट्ठा करना बिल्कुल नहीं चाहते और सरकार के साथ जो हमारा मामला है हम उसको अच्छा रखना चाहते हैं ताकि कोई मैसेज गलत ना जाए।
तो इसलिए नमाजी जो हैं वो नमाज के वक्त में आएंगे तो हमारी कोशिश होगी हम कम से कम लोगों को नमाज़ पढ़ाएं। नमाज ख़त्म हो जाएगी, उसके बाद जो आदमी आए वो अकेला नमाज पढ़ के चला जाए, क्योंकि उसमें भीड़ होने के चांस नहीं है। एक आदमी आया पढ़ ली, 2-3 आए इधर उधर पढ़ ली, तो मामला सोल्व हो जाएगा इंशाल्लाह। जैसे ये मैं देख रहा हूँ आपके यहाँ पे कुरान शरीफ भी पढ़ी है और भी आपकी धार्मिक जो हैं वो यहाँ पर पुस्तक पढ़ी हुई हैं, किताबें पढ़ी हुई हैं। पहले देखा जाता था कि जब कोई नमाज पढ़ने के लिए आता है यहाँ पे तो वो कुरान शरीफ बैठ के पढ़ता है और भी यहाँ पे जो आपकी धार्मिक किताबें पढ़ी हैं वो पढ़ने लगता है। क्या अब कोई मस्जिद में नमाज पढ़ने के लिए आएगा वो कुरान शरीफ बैठ के पढ़ सकता है? नहीं, इस वक्त कुरान शरीफ नहीं पढ़ा जाएगा, चूंकि कुरान आदमी पढ़ी, दूसरा आदमी कोई आएगा तो वो पढ़ेगा उसको, तो इसलिए कि ताकि एक दूसरे को हाथ ना लगाए और उनका आपस में कोई तालमेल ना बने, तो कुरान शरीफ के लिए हमने बंद कर दिए गए हैं कि ताकि कोई कुरान शरीफ ना पढ़े। और हमने हिदायत भी की है कि नमाज पढ़ें, अपने घर जाएं, अपने कारोबार में जाएं और नफिल नमाज, सुन्नत नमाज या कुरान शरीफ या दीगर वो जो कोई इबादत करना चाहे वो घर पर कराए। मस्जिद में सिर्फ फ़र्ज नमाज पढ़ें और जल्दी से जल्दी अपने घर चले जाएं, ये हमारी कोशिश होगी। और ये हम लोगों को क्या नमाज पढ़ने के बाद जैसे ये आपने बनाया हुआ 60 लोगों या 50 लोगों का बैठने के लिए इसको सैनिटाइजर भी किया जाएगा? यस, बिल्कुल। इसको जैसे नमाज हो जाएगी, बल तो नमाज से पहले एक बार हमको सैनिटाइजर कराएंगे, जैसे नमाज ख़त्म होगी उसके बाद फिर दोबारा करा देंगे इसको। तो 24 घंटे में हमारे यहाँ 5 वक्त नमाज होती है, तो हमारी कोशिश होगी 5 नहीं 7 बार इसको सैनिटाइज कराएंगे इंशाल्लाह, ताकि बिल्कुल पाक और साफ़ रहे और किसी किस्म की भी गंदगी ना फैले और जो नमाज़ पढ़े बिल्कुल साफ़ सुथरा के साथ नमाज़ पढ़ के घर जा सके। कितनी उम्र के व्यक्ति हैं जो नमाज पढ़ने के लिए आ सकते हैं और कितने कम उम्र के जो बच्चे हैं वो नमाज अदा करने आ सकते हैं? ऐसा तो यह है कि तकरीबन 7 साल के बाद बच्चा नमाज़ पढ़ सकता है, 7 साल के बाद 10 साल का, लेकिन हमने हिदायत जारी की है कि भाई 10 साल से कम और 65 साल से ज़्यादा का आदमी नमाज पढ़ने के लिए मस्जिद ना आए, बल्कि अपने घर में रहकर वो नमाज़ पढ़े। नमाज छोड़ नहीं सकता, वो नमाज़ पढ़ेगा लेकिन घर पर नमाज़ पढ़े। तीसरा वो व्यक्ति कि जो बीमार हो, तो बीमार 65 साल के भाऊ या 65 साल या 10 साल से छोटा बच्चा वो घर पर रहकर अपनी नमाज़ पढ़ें, जैसा कि लॉकडाउन में पढ़ी है। तो इसलिए हमने गुजारिश की है सब लोगों से कि भाई ऐसे व्यक्ति जो हैं 10 साल से कम का, 65 साल का या बीमार, वो घर पर रहकर नमाज़ पढ़ें, मस्जिद ना आए। मेरा एक आखिरी सवाल ये है कि किसी को जैसे मास्क है, आपने बोला कि सैनिटाइज़र के ऊपर एक व्यक्ति होगा जो भी एंट्री करेगा वो सैनिटाइज़र करके उसके बाद एंट्री दी जाएगी मस्जिद में। अब जिसके पास मास्क नहीं है, क्या आप मास्क भी उनको प्रोवाइड करवाओगे? नहीं, कोशिश तो हमारी है कि हमने लिखा कि मास्क पहन कर आएँ। अगर बाई चांस किसी के पास मास्क नहीं है तो इंशाल्लाह उसको मास्क देंगे, ये हमने रखा हुआ है और हम उसको मास्क दे देंगे। जिवें तुसी इस समय मौजूद हाँ मैं जामा मस्जिद सैक्टर 45 ਦੇ ਵਿੱਚ, जिवें तुसी सारी गलबात सुनी है कि कोई मस्जिद विच नमाज अदा करना आंदा आ सकता है, अपने घरों कपड़ा या कालीन कुछ भी लिया सकता है, वो कंपलसरी नहीं है, किसी ने लैके आना लैके आ सकता है, किसी ने नहीं भी लैके आना, जिवें फर्श है फर्श उपर भी नमाज जी अदा कर सकता है। एक होर इन्होंने वालों गाइडलाइन जारी की गई है कि 10 साल तो घट बच्चे तो 65 साल तो उपर जो बजुर्ग ने वो मस्जिद विच नमाज अदा करना आन, घर बैठ के करन, वो बीमार व्यक्ति खुद ही ना आवे। एंट्री पॉइंट से सैनिटाइजर किया लगाया गया, उत्थे सैनिटाइजर तुसीं कर सकते हो। सैकेंड है कि जो भी इत्थे नमाज खत्म हो जाएगी इस सारे फर्श को सैनिटाइजर किया जाएगा, उस तो बाद ही नमाज पढ़ी जाएगी। 5 वक्त की नमाज पढ़नी होंगी एक दिन दे विच, ये कह रहे हैं कि ਵੱਧ ਤੋਂ ਵੱਧ 7 ਵਾਰੀ ਅਸੀਂ ਇਹਨੂੰ सैनिटाइजर करिए, 7 ਤੋਂ 10 ਵਾਰੀ, ਤਾਂ कि ਜਿਹੜੇ ਕੀਟਾਣੂ ਨੇ ਜਾਂ ਕਿ ਕਰੋਨਾ ਦਾ ਜਿਹੜਾ ਵਾਇਰਸ ਉਹ फैल ना सके। तो ये सारे इंतजाम हम देख रहे हैं मस्जिद विच भी, पहला आप गुरुद्वारे भी जाके आए सी, ਅਸੀਂ कोशिश करांगे बाकी धार्मिक स्थान ਤੇ ਵੀ ਤੁਹਾਨੂੰ ਲਿਜਾਣ ਦੀ, ਆਪਾਂ ਮੰਦਿਰ ਵੀ ਚੱਲਾਂਗੇ, ਮੰਦਿਰ ਵਿੱਚ ਕਿਹੋ ਜਿਹੇ ਇੰਤਜ਼ਾਮ ਨੇ, ਚਰਚ ਵਿੱਚ ਵੀ ਆਪਾਂ ਜਾਵਾਂਗੇ ਕਿ ਚਰਚ ਵਿੱਚ ਕਿਹੋ ਜਿਹੇ ਇੰਤਜ਼ਾਮ ਕੀਤੇ ਗਏ ਨੇ, ਤਾਂ ਪਲ ਪਲ ਦੀ ਤੁਹਾਨੂੰ ਅਸੀਂ ਖਬਰ ਦਿੰਦੇ ਰਹਾਂਗੇ। ਇੱਕ ਅਸੀਂ ਤਾਂ ਕਰ ਰਹੇ ਹਾਂ ਕਿ ਜਿਹੜੇ ਲੋਕ ਸਾਨੂੰ ਦੇਖਦੇ ਨੇ ਇਸ ਸਮੇਂ ਜਾਂ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਧਾਰਮਿਕ ਸਥਾਨਾਂ ਦੇ ਉੱਤੇ, ਉਹ ਗਾਈਡਲਾਈਨ ਨੂੰ ਫੋਲੋ ਕਰ ਲੈਣ, ਗਾਈਡਲਾਈਨ ਨੂੰ ਪੜ੍ਹ ਕੇ ਜਾਣ। टाइम बनने होया 8 ਤੋਂ ਲੈ ਕੇ 8 ਵਜੇ ਤੱਕ ਮਸਜਿਦਾਂ ਖੁੱਲਣਗੇ ਜਾਂ ਬਾਕੀ ਜਿਹੜੇ ਧਾਰਮਿਕ ਸਥਾਨ ਨੇ ਉਹ ਖੁੱਲਣਗੇ। ਅਸੀਂ ਤੁਹਾਨੂੰ ਤਾਂ ਹੀ ਇਹ ਬਾਬਤ ਦੱਸਦੇ ਹਾਂ ਕਿ ਤੁਸੀਂ ਜੇ ਕੋਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਹੋ, ਚਾਹੇ ਮੰਦਰ, ਮਸਜਿਦ, ਗੁਰਦੁਆਰਾ, ਚਰਚ ਜਾਂਦੇ ਹੋ, ਉਸਦੀ ਕੀ ਗਾਈਡਲਾਈਨ ਨੇ ਉਹ ਫੋਲੋ ਕਰ ਲਓ। ਤੁਹਾਨੂੰ ਅਸੀਂ ਨਾਲ ਦਿਖਾ ਵੀ ਰਹੇ ਹਾਂ, ਤਾਂ ਆਪਾਂ ਫਿਰ ਚੱਲਾਂਗੇ ਮੰਦਿਰ ਤੇ ਚਰਚ ਵਿੱਚ ਵੀ ਅਸੀਂ ਜਾ ਕੇ ਤੁਹਾਨੂੰ ਦੱਸਾਂਗੇ ਵੀ ਕਿਹੋ ਜਿਹੇ ਇੰਤਜ਼ਾਮ ਕੀਤੇ ਹੋਏ ਨੇ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਗੁਰਦੁਆਰੇ ਤੇ ਮਸਜਿਦ ਦਾ सारा उत्थे किस तरीके इंतजाम किए ने तुसीं देखे ने। तो असीं हुण मौजूद आ मंदिर दे विच सैक्टर 46 सनातन धर्म मंदिर है, तो आपां देखांगे अंदर जाके कि मंदिर विच किहड़े-किहड़े इंतजाम किए हुए हैं। जदों कोई श्रद्धालू मंदिर विच मत्था टेकण आंदा किहड़ी-किहड़ी हिदायतां दा पालना करना पैना। तो आपां इत्थों दे पंडित ने गोपाल शुक्ला जी, आपां उन्हां नाल भी गलबात करांगे कि उन्होंने किस तरीके इंतजाम किए हुए हैं, क्योंकि जो सरकारी गाइडलाइनां ने
ਸਾਰੀਆਂ ਹੀ ਧਰਮ ਸਥਾਨਾਂ ਦੇ ਉੱਤੇ ਜਿਹੜੀਆਂ ਦਿੱਤੀਆਂ ਗਈਆਂ ਸੀ ਕਿਸ ਤਰੀਕੇ ਦੀ ਪਾਲਣਾ ਕੀਤੀ ਜਾ ਰਹੀ ਹੈ। ਸਾਡੇ ਨਾਲ ਪੰਡਿਤ ਜੀ ਨੇ ਗੋਪਾਲ ਸ਼ੁਕਲਾ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ हैं कि सरकार ਦੀਆਂ गाइडलाइनों के ਕਿਹੜੇ इंतजाम किए हुए हैं। पंडित जी, पहले तो मेरा सवाल ये कि जो सरकार ने गाइडलाइन दी हुई थी, कैसे कैसे उनको इंतजाम किया है आपने, और किस तरह से अंदर जो मंदिर के अंदर मत्था टेकने जाएंगे श्रद्धालु, उनके लिए क्या क्या आपने इंतजाम किया हुआ, कौन कौन सी उनको हिदायत का पालना करना पड़ेगा? जी, सरकार की तरफ से जो भी नियम बताए गए थे उन सभी का पालन किया जा रहा है। हमारे इस मंदिर के प्रधान जी हैं श्री जितेंद्र भाटिया जी, उनकी तरफ से हमें जो जो बताया गया है हर व्यक्ति की सेफ्टी के लिए वो सारे इंतजाम यहाँ पर किए गए हैं। हमारे यहाँ से हमने एंट्री द्वार से हमने यहाँ पे एक टेम्परेचर मशीन भी रखा है, जो कि कोई भी व्यक्ति कोई भी भगत आता है तो उसका टेम्परेचर चेक करके ही अंदर आने दिया जाता है। और साथ में हमने सैनिटाइजर मशीन रखा हुआ है कि अपने हाथ से ही सैनिटाइजर करके ही अंदर एंट्री करें। और हमने यहाँ पर भक्तों के लिए ये गोले प्रधान जी की तरफ से, प्रधान जी ने हमें जैसा गाइड किया था उसके हिसाब से हमने बनवाया है। सभी व्यक्तियों के लिए सोशल डिस्टेंसिंग का बहुत ज़रूरी से पालन किया गया है और सभी को मास्क भी अनिवार्य किया गया है कि बिना मास्क किसी के पास मास्क नहीं है तो आप उनको फिर प्रोवाइड करोगे? हाँ, अगर कोई ऐसा व्यक्ति आता है जिसके पास मास्क नहीं है तो हम उसको मास्क भी यहाँ से प्रोवाइड कर देते हैं कि आप मास्क बिना लगाए अंदर नहीं आएंगे मंदिर के अंदर। और अगर किसी ने चप्पल या जूते उतारने, वो मंदिर के अंदर कहीं जगह बनाई है कि बाहर ही? नहीं, हमने मंदिर के अंदर किसी के भी जूते चप्पल की कोई व्यवस्था नहीं कर रखी है। या तो अपने घर पे उतार के आएँ या अपने गाड़ियों में उतारें। यहाँ अंदर जूते चप्पल बिल्कुल वर्जित है मंदिर के अंदर। जैसे 2 पॉइंट है, एक पॉइंट जाने के लिए रखा हुआ है, एक आने के लिए? हाँ जी, ये 2 पॉइंट है। एक हमारा एंट्री करने के बाद, राउंड करने के बाद सोशल डिस्टेंसिंग का पालन करते हुए अंदर जाएंगे, और दूसरा एग्जिट है, हमारा एग्जिट पॉइंट है। जैसे कि यहाँ से आप आएंगे, इस तरह से यहाँ से एंट्री होएगी और हमने यहाँ मंदिर में दर्शन करें, हनुमान जी का दर्शन किया जाएगा यहाँ पे। फिर इसके बाद पूरे मंदिर में दर्शन कीजिए आप, और दर्शन करने के बाद में जाने के लिए एग्जिट पॉइंट बनाया गया है। हमने यहाँ भी किसी मूर्तियों को स्पर्श करने का बिल्कुल भी मनाही कर रखी है कि किसी को स्पर्श नहीं करना है, कोई फूल नहीं चढ़ाएगा, कोई मिष्ठान नहीं चढ़ाएगा। और हमने यहाँ पर प्रसाद और चरणामृत भी ना देने के लिए कहा है। हम प्रसाद भी किसी को नहीं दे रहे हैं, चरणामृत भी नहीं दे रहे हैं। और मंदिर में बैठने के लिए भी कोई सुविधा हमने नहीं बनाई है कि मंदिर में भगत आए और मत्था टेके और साथ के साथ ही बाहर चले जाए। हमने देखा है कि कई जो मत्था टेकते हैं, आते हैं यहाँ पे, वो पाठ करना लगते हैं, पूजा करने लगते हैं। जैसे ये तो गाइडलाइन में है ही नहीं कि आपने फूल चढ़ाने हैं या आपने प्रसाद वो देना है। तो कई ऐसे भी लोग आते हैं आपके पास कि हमने यहाँ बैठ के कोई पाठ करना है, जहाँ हमने हनुमान चालीसा करनी है, फिर उनके लिए फिर क्या बैन किया हुआ है? नहीं, हमने ऐसा कह रखा है कि कोई भी भगत आता है मंदिर में तो भगवान से प्रार्थना करे, मत्था टेके और बैठे ना, खड़े होते ही चले जाए। अगर उसको पाठ करना है या कुछ ऐसा ज़्यादा समय लगाना है तो अपने घर पे ही बैठ करके पाठ करे, क्योंकि मंदिर के कमेटी का भी सहयोग, सभी यहाँ के हमारे सेक्टरवासी भगत भी कर रहे हैं मंदिर के कमेटी का सहयोग, वो भी नियमों का पालन कर रहे हैं। और हम लोग भी यही नियमों का पालन कर रहे हैं कि ज़्यादा से ज़्यादा हो सके सबकी सेफ्टिंग हो। सबकी सेफ्टिंग को देखते हुए हम लोग इन सब चीज़ों का ध्यान रख रहे हैं। जैसे शिवलिंग है, इसमें शिवलिंग के लिए सिर्फ आप ही पूजा वगैरह करते हो, किसी को जाने की अनुमति नहीं है? नहीं, यहाँ पे अंदर हम सुबह आरती पूजा पाठ करते हैं, दोपहर में और रात्रि में, सायंकालीन हम ही लोग पुजारी आरती पूजा पाठ करते हैं। किसी को अंदर एंट्री अभी नहीं दे रहे हैं जी। जो यहाँ पे आते हैं, जैसे प्रसाद तो अलाउड ही नहीं है, कितने उम्र के व्यक्ति जो हैं यहाँ पे मंदिर में आ सकते हैं और कितनी कम उम्र के जो बच्चे आ सकते हैं? जी, 10 साल से नीचे बच्चे की एंट्री नहीं है मंदिर में, और 65 साल से ऊपर बुजुर्गों की एंट्री नहीं है मंदिर में। उसके बीच में वही व्यक्ति आ सकता है जो स्वस्थ हो और सुरक्षित हो, क्योंकि हम यहाँ पर इस चीज़ का बहुत ज़्यादा ध्यान रख रहे हैं। अभी हम चंडीगढ़ में मौजूद है, और क्या टाइमिंग क्या दिया हुआ है? सुबह से दोपहर तक या दोपहर से शाम तक या शाम को रात बजे तक, कितने का टाइमिंग वो दिया हुआ है? जी, हम सुबह मंदिर 6 बजे खोलते हैं, मंदिर के अंदर ही आरती पूजा पाठ करते हैं। लेकिन जो पब्लिक के लिए एंट्री रखी है वो 8 बजे से रखी हुई है। 8 बजे से 12 बजे तक पब्लिक आ सकती है, दर्शन कर सकते हैं, सभी भगत आ सकते हैं। फिर उसके बाद 12 बजे से 4 बजे तक मंदिर बंद रहता है, भगवान के शयन का समय होता है। और 4 बजे से फिर शाम को 8 बजे तक मंदिर खुला रहता है, वो भी भक्तों के दर्शन के लिए खुला रहता है। जैसे मंदिर की घंटी भी आपने कवर कर रखी है, मैं कैमरामैन को बोलना चाहता हूँ वो दिखाएं कि मंदिर की घंटी भी आपने छू भी नहीं सकते हो, बजा भी नहीं सकते हैं, वो सारी कवर कर रखी है। और पंडित जी, एक बात हो रहा है कि जैसे कोई किसी ने राशन देना है, यहाँ पे लंगर में देना है राशन, तो उसके लिए वो कोई दे सकते हैं? जैसे कि सूखा राशन होता है, दाल होगी, चावल हो गए, आटा हो गया, वो दे सकते हैं मंदिर में?
जी, हमने पहली बात तो ये घंटी का आपने पूछा है। घंटी हमने इसलिए कवर कर रखा है कि उसको भगत आएंगे तो 2 से 4, 4 से 8 सभी लोगों का हाथ लगेगा, तो उससे कोई भी दिक्कत हो सकती है। तो उससे बचा जाए इसलिए हमारे प्रधान जी के द्वारा कहा गया है कि घंटियों को या कोई ऐसी चीज़ जो है, वस्तु है, उसको हम ढक करके रखें, बंद करके रखें, जिससे सभी लोगों की सेफ्टिंग हो। दूसरा जो राशन की बात है, सूखा राशन अगर वो कोई मंदिर में देना चाहता है कि मंदिर में जैसे हमारे भोग बनता है या ठाकुर जी पे चढ़ाना या भगवान पे चढ़ाना चाहता है, तो सूखा राशन दे सकता है। उस राशन को हम साइड में रख देंगे, 1-2 दिन तक या कुछ समय तक रखा रहेगा, ताकि उसमें से जो भी कीटाणु हो दूर हो जाए, उसके बाद हम उसको यूज़ कर सकते हैं। सिर्फ सूखा राशन। ਜਿਵੇਂ ਤੁਸੀਂ ਹਦਾਇਤਾਂ ਸੁਣੀਆਂ ਹੀ ਨੇ, ਅਸੀਂ ਮੰਦਿਰ ਵਿੱਚ ਮੌਜੂਦ ਹਾਂ, ਪਹਿਲਾਂ ਵੀ ਅਸੀਂ ਤੁਹਾਨੂੰ ਲੈ ਕੇ ਗਏ ਹਾਂ, ਗੁਰਦੁਆਰੇ ਵੀ ਤੇ ਮਸਜਿਦ ਵੀ। ਇੱਥੇ ਵੀ ਉਹੀ ਗਾਈਡਲਾਈਨ ਹੈ ਕਿ 8 ਤੋਂ 8 ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਹੋਇਆ ਹੈ। ਤਾਂ 10 ਸਾਲ ਤੋਂ ਘੱਟ ਤੇ 65 ਸਾਲ ਤੋਂ ਉੱਪਰ ਮੰਦਿਰ ਵਿੱਚ ਵੀ ਆਉਣ ਵਾਸਤੇ, ਜਿਵੇਂ ਇਹਨਾਂ ਨੇ ਕਿਹਾ, ਗੋਪਾਲ ਸ਼ਰਮਾ ਜੀ ਨੇ, ਕਿ ਮਨਾਹੀ ਕੀਤੀ ਹੋਈ ਹੈ। ਤੁਸੀਂ ਦੇਖ ਰਹੇ ਹੋ ਕਿ ਜਿਵੇਂ ਮੰਦਿਰ ਹੁਣ ਬੰਦ ਪਏ ਨੇ, ਕਿਉਂਕਿ ਗਾਈਡਲਾਈਨ ਇਹ ਵੀ ਹੈ, ਜਿਵੇਂ ਇਸ ਤਰੀਕੇ ਨਾਲ ਮੰਦਿਰ ਦੀ ਆਪਦੀ ਮਰਿਆਦਾ ਹੈਗੀ ਹੈ ਕਿ ਕੁਝ ਸਮੇਂ ਵਾਸਤੇ ਦੁਪਹਿਰ ਨੂੰ ਇਹ ਮੰਦਿਰ ਬੰਦ ਕਰਦੇ ਨੇ, ਪਰ ਭਗਤ ਜਿਹੜੇ ਹੈਗੇ ਨੇ ਜਾਂ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਆ ਸਕਦੇ ਨੇ। 8 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਆ ਸਕਦੇ ਨੇ। ਜਿਵੇਂ ਬਾਹਰ ਵੀ ਦੇਖਿਆ ਸੀ ਆਪਾਂ, ਇਹ ਆਉਣ ਦਾ ਰਸਤਾ ਹੈਗਾ ਤੇ ਇਹ ਬਾਹਰ ਜਾਣ ਦਾ ਰਸਤਾ ਇੱਥੋਂ ਦੀ, ਤੇ ਬਾਹਰ ਵੀ ਇਹਨਾਂ ਨੇ ਨਿਸ਼ਾਨ ਲਗਾਏ ਹੋਏ ਨੇ, ਪੁਆਇੰਟ ਲਗਾਏ ਹੋਏ ਨੇ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਲੱਗੇ ਹੋਏ ਨੇ, ਗਾਈਡਲਾਈਨ ਦਾ ਬੋਰਡ ਵੀ ਲੱਗਿਆ ਹੋਇਆ ਕਿ ਜਿਵੇਂ ਕਿਹੜੀ ਗਾਈਡਲਾਈਨ ਜਿਹੜੀ ਹੈਗੀ ਹੈ ਤੁਸੀਂ ਉਹ ਫੋਲੋ ਕਰਨੀ ਹੈ। ਗਾਈਡਲਾਈਨ ਦਾ ਬੋਰਡ ਹੈ ਮੰਦਿਰ ਵੱਲੋਂ ਦਿੱਤਾ ਗਿਆ ਹੈ, ਜੋ ਸਰਕਾਰ ਨੇ ਵੀ ਨਿਯਮ ਜਿਹੜੇ ਹੈਗੇ ਨੇ ਉਹ ਵੀ ਇਸ ਵਿੱਚ ਲਿਖੇ ਗਏ ਨੇ। ਸਮਾਜਿਕ ਦੂਰੀ ਬਣਾਏ ਰੱਖੇं, ਬਿਨਾਂ ਮਾਸਕ ਕੇ ਪ੍ਰਵੇਸ਼ ਵਰਜਿਤ ਹੈ। ਕੋਈ ਵੀ ਧਾਰਮਿਕ ਸਥਾਨ ਹੈਗਾ ਜਾਂ ਤੁਸੀਂ ਬਾਹਰ ਵੀ ਕਿਤੇ ਜਾਂਦੇ ਹੋ, ਤੁਹਾਨੂੰ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਮਾਸਕ ਤੋਂ ਬਿਨਾਂ ਤੁਹਾਡੀ ਮੰਦਿਰ ਵਿੱਚ ਐਂਟਰੀ ਨਹੀਂ ਹੋਏਗੀ। ਮਾਸਕ ਤੋਂ ਬਿਨਾਂ ਤੁਹਾਨੂੰ ਐਂਟਰੀ ਪੁਆਇੰਟ 'ਤੇ ਹੀ ਰੋਕ ਲਿਆ ਜਾਵੇਗਾ, ਤੁਹਾਡੀ ਐਂਟਰੀ ਨਹੀਂ ਹੋਏਗੀ ਉੱਥੇ ਜਾ ਕੇ। ਤੇ ਇਹ ਗੋਲ ਚੱਕਰ ਲਗਾਏ ਗਏ ਨੇ ਖੜਨ ਵਾਸਤੇ, 6-6 ਫੁੱਟ ਦਾ ਫਾਸਲਾ ਦਿੱਤਾ ਗਿਆ। ਇਸ ਉੱਪਰ ਕੋਈ ਵੀ ਇਸ ਨੂੰ ਪਾਰ ਨਹੀਂ ਕਰੇਗਾ। ਉਹ ਬਾਹਰ ਜਾਣ ਦਾ ਰਸਤਾ ਜਿਹੜਾ ਉਹ ਅਲੱਗ ਕੀਤਾ ਗਿਆ। ਇਹ ਬਾਹਰ ਜਾਣ ਦਾ ਰਸਤਾ, ਜਿਵੇਂ ਨਿਸ਼ਾਨ ਲੱਗੇ ਨੇ ਐਰੋ ਦੇ ਇੱਥੇ ਵੀ, ਇਹ ਬਾਹਰ ਜਾਣ ਦਾ ਰਸਤਾ, ਉਹ ਆਉਣ ਦਾ ਰਸਤਾ ਹੈ। ਤੇ ਤੁਸੀਂ ਹੁਣ ਮੰਦਿਰ ਦਾ ਵੀ ਦੇਖ ਲਿਆ ਕਿ ਮੰਦਿਰ ਵਿੱਚ ਕਿਹੜੇ ਹਦਾਇਤਾਂ ਦਿੱਤੀਆਂ ਗਈਆਂ ਨੇ। ਘੰਟੀ ਨਹੀਂ ਵਜਾ ਸਕਦੇ, ਫੁੱਲ ਹੋਵੇ, ਮਾਲਾ ਹੋਵੇ, ਪ੍ਰਸ਼ਾਦ ਹੋਵੇ, ਤੁਸੀਂ ਮੰਦਿਰ ਵਿੱਚ ਨਹੀਂ ਚੜਾ ਸਕਦੇ। ਨਾ ਹੀ ਤੁਹਾਨੂੰ ਇਹ ਚੀਜ਼ਾਂ ਮੰਦਿਰ ਵਿੱਚੋਂ ਮਿਲਣਗੀਆਂ। ਜਿਵੇਂ ਆਪਾਂ ਦੇਖਦੇ ਸੀ ਕਿ ਮੰਦਿਰ ਦੇ ਬਾਹਰ ਫੁੱਲਾਂ ਦੀ ਦੁਕਾਨ ਹੁੰਦੀ ਸੀ, ਉਹ ਬੰਦ ਹੈ। ਤੁਹਾਨੂੰ ਕੋਈ ਵੀ ਚੀਜ਼ ਇੱਥੋਂ ਨਹੀਂ ਮਿਲੇਗੀ, ਨਾ ਤੁਸੀਂ ਘਰੋਂ ਲਿਆ ਸਕਦੇ, ਤੁਸੀਂ ਘਰੋਂ ਵੀ ਕੁਝ ਨਹੀਂ ਲਿਆ ਸਕਦੇ ਸੀ। ਆ ਕੇ ਮੱਥਾ ਟੇਕ ਕੇ ਜਾ ਸਕਦੇ ਹੋ। ਉਹ ਮੰਦਿਰ ਵਿੱਚ ਹਨੂਮਾਨ ਚਾਲੀਸਾ ਹੋ ਗਿਆ, ਜੋ ਤੁਸੀਂ ਕੋਈ ਵੀ ਪਾਠ ਪੂਜਾ ਕਰਦੇ ਹੋ, ਉਹ ਵੀ ਅਲਾਉਡ ਨਹੀਂ ਹੈ। ਤੁਸੀਂ ਜਿਵੇਂ ਬੈਠ ਕੇ ਇੱਥੇ ਹਨੂਮਾਨ ਚਾਲੀਸਾ ਪੜ੍ਹਦੇ ਸੀ ਜਾਂ ਸ਼ਿਵ ਜੀ ਦਾ ਗੁਣਗਾਨ ਕਰਦੇ ਸੀ ਜਾਂ ਕਿਸੇ ਵੀ ਦੇਵੀ ਦੇਵਤੇ ਦਾ ਤੁਸੀਂ ਗੁਣਗਾਨ ਕਰਦੇ ਸੀ ਜਾਂ ਮੰਡਲੀ ਆ ਕੇ ਇੱਥੇ ਕੀਰਤਨ ਕਰਦੇ ਸੀ, ਉਹ ਸਭ ਕੁਝ ਬੰਦ ਕੀਤਾ ਹੈ। ਤੁਸੀਂ ਇਹੋ ਜਿਹਾ ਕੁਝ ਵੀ ਮੰਦਿਰ ਵਿੱਚ ਨਹੀਂ ਬੈਠ ਕੇ ਕਰ ਸਕਦੇ ਜਦ ਤੱਕ ਸਰਕਾਰ ਦੀਆਂ ਅਗਲੀਆਂ ਹਦਾਇਤਾਂ ਨਹੀਂ ਆਉਣਗੀਆਂ। ਹੁਣ ਤੁਸੀਂ ਦੇਖਿਆ, ਗੁਰਦੁਆਰੇ ਦਾ ਦੇਖ ਲਿਆ, ਮਸਜਿਦ ਤੇ ਮੰਦਿਰ ਦੀ ਸਾਰੀ ਪ੍ਰਤੀਕਿਰਿਆ ਦੇਖ ਲਈ ਕਿ ਕਿਹੜੇ ਉੱਥੇ ਨਿਯਮ ਕੀਤੇ ਗਏ ਨੇ। ਹੁਣ ਅਸੀਂ ਚਰਚ ਲੈ ਕੇ ਚੱਲਾਂਗੇ। ਚਰਚ ਵਿੱਚ ਕਿਹੋ ਜਿਹੇ ਇੰਤਜ਼ਾਮ ਕੀਤੇ ਹੋਏ ਨੇ। ਜਿਹੜੇ ਚਰਚ ਵਿੱਚ ਜਿਹੜੇ ਜਾਂਦੇ ਨੇ ਉੱਥੇ ਆਪਣੀ ਮਨੋਕਾਮਨਾ ਵਾਸਤੇ, ਉੱਥੇ ਵੀ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਕਿ ਕਿਹੜੇ ਇੰਤਜ਼ਾਮ ਉੱਥੇ ਕੀਤੇ ਹੋਏ ਨੇ। ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਬਾਕੀ ਧਾਰਮਿਕ ਸਥਾਨਾਂ ਤੇ ਲੈ ਕੇ ਗਏ ਸੀ, ਗੁਰਦੁਆਰੇ ਦੀ ਗੱਲ ਕਰ ਲਈ ਹੈ, ਮਸਜਿਦ ਚਾਹੇ ਮੰਦਿਰ, ਹੁਣ ਅਸੀਂ ਚੰਡੀਗੜ੍ਹ ਦੀ ਸਭ ਤੋਂ ਵੱਡੀ ਚਰਚ ਸੈਕਟਰ 19 ਵਿੱਚ ਮੌਜੂਦ ਹਾਂ। ਹੁਣ ਚਰਚ ਵਿੱਚ ਜਾ ਕੇ ਆਪਾਂ ਦੇਖਾਂਗੇ ਵੀ ਕਿਹੜੀਆਂ ਇੱਥੇ ਪਾਲਾਂ ਦਾ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਤਾਂ ਕਿਸ ਤਰੀਕੇ ਨਾਲ ਜੇ ਤੁਸੀਂ ਇੱਥੇ ਪ੍ਰੇ ਵੀ ਕਰਨੀ ਆ ਕੇ ਕਰ ਸਕਦੇ ਹੋ। ਐਂਟਰੀ ਪੁਆਇੰਟ ਹੈ, ਮੇਨ ਦਰਵਾਜ਼ਾ ਬੰਦ ਕੀਤਾ ਹੋਇਆ ਐਂਟਰੀ ਪੁਆਇੰਟ ਹੈ। ਜਦੋਂ ਤੁਸੀਂ ਐਂਟਰੀ ਪੁਆਇੰਟ 'ਤੇ ਆਓਗੇ ਤਾਂ ਇੱਥੇ ਵੀ ਸੈਨੀਟਾਈਜ਼ਰ ਰੱਖਿਆ ਗਿਆ। ਸੈਨੀਟਾਈਜ਼ਰ ਤੁਸੀਂ ਇਸਤੇਮਾਲ ਕਰੋਗੇ ਪਹਿਲਾਂ ਆ ਕੇ ਇੱਥੇ, ਉਸ ਤੋਂ ਬਾਅਦ ਤੁਸੀਂ ਅੱਗੇ ਜਾਓਗੇ। ਜਿਸ ਤਰੀਕੇ ਨਾਲ ਬਿਲਕੁਲ ਸ਼ਾਂਤੀ ਬਣੀ ਹੋਈ ਹੈ ਇੱਥੇ। ਤੇ ਆਪਾਂ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਕਿ ਹੋਰ ਕਿਹੜੀਆਂ ਇੰਸਟਰਕਸ਼ਨਾਂ ਹੈਗੀਆਂ ਨੇ। ਜੇ ਕਿਸੇ ਨੇ ਚਰਚ ਵਿੱਚ ਪ੍ਰੇ ਕਰਨ ਆਉਣਾ ਤਾਂ ਕਿਹੜੀ ਤੁਹਾਨੂੰ ਨਿਯਮ ਜਿਹੜੇ ਹੈਗੇ ਨੇ ਫੋਲੋ ਕਰਨੇ ਪੈਣਗੇ। ਤਾਂ ਇਹਨਾਂ ਕੋਲ ਜਾਣਾਂਗੇ ਕਿ ਸੰਡੇ ਨੂੰ, ਐਤਵਾਰ ਨੂੰ ਵੀ ਇਹਨਾਂ ਦਾ, ਜਿਵੇਂ ਆਪਾਂ ਦੇਖਦੇ ਧਾਰਮਿਕ ਇਕੱਠ ਹੁੰਦਾ, ਉਹ ਇਕੱਠ ਹੋਏਗਾ ਕਿ ਨਹੀਂ ਹੋਏਗਾ, ਆਪਾਂ ਇਸ ਉੱਪਰ ਵੀ ਚਾਨਣਾ ਪਾਵਾਂਗੇ। ਸਾਡੇ ਨਾਲ ਫਾਦਰ ਨੇ, ਆਪਾਂ ਇਹਨਾਂ ਨਾਲ ਗੱਲ ਕरेंगे। फादर जी, पहला मेरा सवाल यही है कि जो लोग आएंगे यहाँ पे, उनके लिए क्या क्या इंस्ट्रक्शन है, क्या क्या नियम है जो लागू करने पड़ेंगे चर्च में अगर किसी ने प्रे करनी आके? जैसे जो प्रशासन ने जो इंस्ट्रक्शंस दिया है वो हम सब पालन करेंगे। जैसे मास्क पहन के आएंगे, हम बाहर सैनिटाइज करके आएंगे, साबुन और पानी का भी इंतज़ाम करेंगे हाथ धोने के लिए। और ये व्यक्तिगत रूप में अभी चर्च खुला है, व्यक्तिगत रूप में लोग आ सकते हैं, माथा टेक सकते हैं। लेकिन हमारी जो सामूहिक प्रार्थना है इतवार होती है, वो हमने अभी
निर्णय नहीं लिया, निर्णय मीटिंग के बाद निर्णय लेंगे कैसे करेंगे इसको, ज़्यादातर इसको करेंगे ताकि सभी लोगों के लिए सुविधा के लिए ये किया जाएगा। जब करेंगे हम बताएंगे। और जो चर्च में आते हैं कितने लोग अलाउड हैं एक समय पे? जैसे यहाँ पे हम देख रहे हैं बेंच में काफ़ी लोग बैठ सकते हैं, सोशल डिस्टेंस कैसे होगा और कितने अलाउड होंगे आदमी जो प्रे करने के लिए आएंगे एक साथ? जैसे प्रशासन ने जो दिया है 20 लोग अलाउड है, लेकिन हमारे चर्च में ये जो लोग सिर्फ माथा टेकने के लिए नहीं आते हैं, हमारी जो वर्शिप है, हमारी प्रार्थना है सामूहिक कैरेक्टर का है, तो इसलिए जो सामूहिक प्रार्थना के लिए कम से कम 50 लोगों को अलाउ करना चाहिए। हम प्रशासन से हम प्रार्थना करते हैं, विनती करते हैं कि वे कम से कम 50 लोगों को अलाउ करें, क्योंकि हम डिस्टेंस, हमारे इधर काफ़ी जगह है, काफ़ी प्लेस है, ये हम डिस्टेंस, सोशल डिस्टेंस रखते ही प्रार्थना करेंगे। और जो उसका टाइम जो है हम आधा 40 मिनट के अंदर उसको ख़त्म करेंगे। फादर जी, जैसे कि मस्जिद में हम बात कर लें, मंदिर में बात कर लें, वहाँ प्रसाद मना है, चाहे गुरुद्वारे में कर लें, तो यहाँ पे जैसे मोमबत्ती लेके प्रार्थना करते हैं, क्या आप मोमबत्तियाँ उनको दे रही हो प्रार्थना करने के लिए कि वो बंद की हुई हैं? ये मोमबत्ती वो इंडिविजुअली वो लेके आएंगे व्यक्तिगत रूप से और मोमबत्ती रख के प्रार्थना करेंगे, इसमें कोई प्रॉब्लम नहीं है। नहीं, आप तो नहीं अलाउड करोगे यहाँ से कुछ भी देने के लिए? हमारी ऐसे हम प्रसाद नहीं बांटते, चर्च में प्रसाद नहीं होगे, हम उसका पालन करेंगे। लेकिन हमारे चर्चेस में एक परम प्रसाद जो है प्रभु यीशु मसीह का शरीर का जो लोग ग्रहण करते हैं, वो हमारे प्रार्थना के साथ साथ रल मिल के उसका एक अंग है, उसको हम लोग ग्रहण करेंगे, हाथ में ग्रहण करेंगे, हम उनको बिना टच करके हम उसको देंगे, क्योंकि ये जो है इनका हमारे इंटीग्रल पार्ट ऑफ द वर्शिप है ना, इसके साथ जो है, इसलिए ये हमारी वर्शिप के से परम प्रसाद को ये नहीं कर सकते, क्योंकि वो प्रभु यीशु मसीह का शरीर जो है वो लोग ग्रहण करते हैं। ਜਿਵੇਂ ਤੁਸੀਂ ਸਾਰੀ ਹੀ ਗੱਲਬਾਤ ਸੁਣੀ ਹੈ, ਇਹ ਫਾਦਰ ਸਨ ਜੋ ਸੈਕਟਰ 19 ਵਿੱਚ ਚਰਚ ਹੈ, ਚੰਡੀਗੜ੍ਹ ਦੀ ਸਭ ਤੋਂ ਵੱਡੀ ਚਰਚ ਹੈਗੀ। ਜਿਵੇਂ ਤੁਸੀਂ ਇਹਨਾਂ ਕੋਲ ਸਾਰੀ ਗੱਲਬਾਤ ਸੁਣੀ ਹੈ ਕਿ ਜਿਵੇਂ ਪ੍ਰਸ਼ਾਸਨ ਨੇ ਵੀ ਗੱਲ ਕਹੀ ਹੈ ਕਿ 20 ਤੋਂ ਜ਼ਿਆਦਾ ਜੋ ਵਿਅਕਤੀ ਨੇ ਅਲਾਉਡ ਨਹੀਂ ਹੈਗੇ, ਤਾਂ ਤੁਸੀਂ ਸਾਰੇ ਹੀ ਧਾਰਮਿਕ ਸਥਾਨ, ਤੁਹਾਨੂੰ ਅਸੀਂ 4 ਧਾਰਮਿਕ ਸਥਾਨਾਂ 'ਤੇ ਲੈ ਕੇ ਗਏ ਹਾਂ, ਚਾਰੇ ਧਰਮ ਸਥਾਨਾਂ ਦੇ ਤੁਹਾਨੂੰ ਅਸੀਂ ਉੱਥੇ ਦੱਸਿਆ ਜਾ ਕੇ ਵੀ ਕਿਸ ਤਰੀਕੇ ਨਾਲ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਹੁਣ ਜਿਹੜੇ ਲੋਕ ਅਲੱਗ-ਅਲੱਗ ਧਰਮਾਂ ਨਾਲ ਜਾਂਦੇ ਨੇ ਮੱਥਾ ਟੇਕਣ ਵਾਸਤੇ, ਉਹਨਾਂ ਵਾਸਤੇ ਵੀ ਹਦਾਇਤਾਂ ਹੈਗੀਆਂ ਨੇ। ਤੁਸੀਂ ਕਿਤੇ ਵੀ ਜਾਣਾ ਹੋਵੇ, ਗੁਰਦੁਆਰੇ, ਮੰਦਰ, ਮਸਜਿਦ ਜਾਣਾ ਹੋਵੇ, ਤੁਸੀਂ ਨਿਯਮਾਂ ਦਾ ਪਾਲਨ ਕਰਨਾ। ਕੋਈ ਵੀ ਚੀਜ਼ ਘਰੋਂ ਲੈ ਕੇ ਨਹੀਂ ਜਾਣੀ ਹੈ, ਕੋਈ ਵੀ ਚੀਜ਼ ਤੁਸੀਂ ਮਾਸਕ ਪਾ ਕੇ ਜਾ ਸਕਦੇ ਹੋ, ਅਲਾਉਡ ਹੈਗਾ। ਜਿਵੇਂ ਮੰਦਰ ਵਿੱਚ ਤੁਸੀਂ ਫੁੱਲ ਉਹ ਨਹੀਂ ਚੜਾ ਸਕਦੇ, ਜਿਵੇਂ ਤੁਸੀਂ ਮਸਜਿਦ ਆਉਂਦੇ ਹੈਗੇ ਹੋ, ਮਸਜਿਦ ਵੀ ਤੁਸੀਂ ਜੇ ਆਉਣਾ ਆਪਣੀ ਕੈਂਡਲ ਲੈ ਕੇ ਆਉਣੀ ਹੈ, ਕੈਂਡਲ ਤੁਹਾਨੂੰ ਇੱਥੋਂ ਨਹੀਂ ਮਿਲੇਗੀ। ਔਰ ਸਭ ਤੋਂ ਵੱਡਾ ਸਵਾਲ ਇਹ ਕਿ 10 ਸਾਲ ਤੋਂ ਘੱਟ ਤੇ 65 ਸਾਲ ਤੋਂ ਉੱਪਰ ਜਿਹੜੇ ਹੈਗੇ ਨੇ ਉਹ ਅਲਾਉਡ ਨਹੀਂ ਹੈਗੇ ਧਾਰਮਿਕ ਸਥਾਨਾਂ ਦੇ ਉੱਤੇ। ਇਸ ਚੀਜ਼ ਦਾ ਖਿਆਲ ਰੱਖਣਾ। ਹੁਣ ਜਿੰਨੇ ਵੀ ਸ਼ਰਧਾਲੂ ਹੈਗੇ ਨੇ, ਤੁਸੀਂ 4 ਧਰਮ ਸਥਾਨਾਂ ਦੀ ਜਿਹੜੀ ਹੈ ਉਹ ਸਾਰੀ ਉੱਥੇ ਜਾਣਕਾਰੀ ਲੈ ਲਈ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਗਾਈਡਲਾਈਨਾਂ ਫੋਲੋ ਕਰਨੀਆਂ ਨੇ ਸਰਕਾਰ ਦੀਆਂ। ਅਗਲੀਆਂ ਗਾਈਡਲਾਈਨਾਂ ਕਦੋਂ ਆਉਣਗੀਆਂ, ਵੀ ਕਿਸ ਤਰੀਕੇ ਨਾਲ ਅੱਗੇ ਗੈਦਰਿੰਗ ਹੋਏਗੀ, ਉਹ ਸਰਕਾਰ 'ਤੇ ਨਿਰਭਰ ਕਰਦਾ ਵੀ ਕਦੋਂ ਆਉਣਗੀਆਂ। ਪਰ ਤੁਸੀਂ ਸਾਰੀ ਧਾਰਮਿਕ ਸਥਾਨਾਂ ਜਾਂ ਕਹਿ ਦੀ ਕਿ ਸਾਰੇ ਧਾਰਮਿਕ ਸਥਾਨਾਂ ਦੇ ਨਿਯਮ ਵੀ ਦੇਖੇ ਨੇ ਜੋ ਸਰਕਾਰ ਨੇ ਕਹੇ ਨੇ, ਇਹਨਾਂ ਨਿਯਮਾਂ ਦੀ ਤੁਸੀਂ ਵੀ ਪਾਲਣਾ ਕਰਨੀ ਹੈ।